ਸਤਿ ਸ੍ਰੀ ਅਕਾਲ ਜੀ। ਮੈਂ ਜਸਪਾਲ ਸਿੰਘ, ਸਵਾਗਤ ਹੈ ਸਾਰਿਆਂ ਦਾ ਬ੍ਰੇਨ ਔਨ ਟੀਵੀ ਤੇ। ਔਰ ਮੇਰੇ ਨਾਲ ਅੱਜ ਭਾਈ ਹਰਦੇਵ ਸਿੰਘ ਜੰਮੂ ਤੋਂ ਬੈਠੇ ਨੇ। ਗੱਲਬਾਤ ਅਸੀਂ ਇੱਕ ਗੰਭੀਰ ਮੁੱਦੇ ਤੇ ਕਰਾਂਗੇ, ਜਿਹਦੇ ਵੱਲ ਅਸੀਂ ਕੋਈ ਬਹੁਤੀ ਤਵੱਜੋ ਨਹੀਂ ਦਿੱਤੀ, ਬਹੁਤਾ ਧਿਆਨ ਨਹੀਂ ਦਿੱਤਾ। ਅਸੀਂ ਗੱਲ ਇਹ ਹੈ ਕਿ ਸਿੱਖਾਂ ਦੇ ਵਿੱਚ ਨਾ ਪਿਛਲੇ ਕੁਝ ਕੁ ਸਮੇਂ ਤੋਂ ਇੱਕ ਫੈਸ਼ਨ ਤੁਰ ਪਿਆ, ਰਿਵਾਜ ਤੁਰ ਪਿਆ ਕਿ ਇਲਜ਼ਾਮ ਤਰਾਸ਼ੀ ਕਰੀ ਜਾਓ, ਜਵਾਬ ਕਿਸੇ ਨੇ ਕੁਝ ਨਹੀਂ ਦੇਣਾ। ਹਰ ਇੱਕ ਬੰਦਾ, ਹਰ ਇੱਕ ਸੰਸਥਾ ਤਕਰੀਬਨ ਜਿਹੜੇ ਆਪੋ ਆਪਣੇ ਸੋ ਕਾਲਡ ਇਨਕਲਾਬੀ ਬਣੇ ਫਿਰਦੇ ਨੇ, ਪ੍ਰਚਾਰਕ ਵੀ ਨੇ ਜਾਂ ਸੰਸਥਾਵਾਂ ਵੀ ਨੇ, ਉਹ ਵੀ ਆਪੋ ਆਪਣੇ ਆਲਣਿਆਂ ਦੇ ਵਿੱਚ ਬਹਿ ਕੇ ਤੇ ਚੈਲੰਜ ਕਰੀ ਜਾਣਗੇ ਕਿ ਅਸੀਂ ਫਲਾਣੇ ਨੂੰ ਚੈਲੰਜ ਕਰਦੇ ਹਾਂ, ਅਸੀਂ ਫਲਾਣੀ ਸੰਸਥਾ ਨੂੰ ਚੈਲੰਜ ਕਰਦੇ ਹਾਂ। ਲੇਕਿਨ ਜਦੋਂ ਖੁਦ ਦੀ ਜਵਾਬਦੇਹੀ ਤੈਅ ਹੁੰਦੀ ਆ, ਉਹਦੇ ਬਾਰੇ ਕਦੇ ਜਵਾਬ ਨਹੀਂ ਦਿੱਤੇ ਜਾਂਦੇ ਕਿ ਉਹਨਾਂ ਦੇ ਕਿਰਦਾਰ ਕੀ ਨੇ। ਸੋ ਇਹੋ ਜਿਹੇ ਸਵਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੀ ਪਿਛਲੇ ਕਾਫੀ ਸਾਲਾਂ ਤੋਂ ਚੁੱਕੇ ਜਾ ਰਹੇ ਨੇ। ਕੁਝ ਲੋਕ ਤਾਂ ਅਣਜਾਣੇ ਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਭੰਗ ਕਰਨ ਦੀਆਂ ਗੱਲਾਂ ਹੀ ਕਰਨ ਲੱਗ ਪਏ ਨੇ। ਹਾਲਾਂਕਿ ਜੇ ਸ਼੍ਰੋਮਣੀ ਕਮੇਟੀ ਭੰਗ ਕਰ ਦਿੱਤੀ ਗਈ ਤਾਂ ਇਸ ਦਾ ਨੁਕਸਾਨ ਬਹੁਤ ਵੱਡੇ ਲੈਵਲ ਤੇ ਹੋਏਗਾ ਔਰ ਸ਼ਾਇਦ ਨਾ ਭਰਨਯੋਗ, ਮਤਲਬ ਇਹ ਘਾਟਾ ਕੋਈ ਹੁੰਦਾ ਨਾ ਜਿਹੜਾ ਕਦੇ ਭਰਿਆ ਨਹੀਂ ਜਾ ਸਕਦਾ, ਜਿਹਨੂੰ ਦੁਬਾਰਾ ਗੇਨ ਨਹੀਂ ਕੀਤਾ ਜਾ ਸਕਦਾ। ਅਜਿਹਾ ਘਾਟਾ ਸ਼੍ਰੋਮਣੀ ਕਮੇਟੀ ਨੂੰ ਭੰਗ ਕਰਨ ਦੇ ਨਾਲ ਸਿੱਖ ਕੌਮ ਦੇ ਵਿੱਚ ਪਏਗਾ ਔਰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਦੇ ਵਿੱਚ ਜਿਹੜੀਆਂ ਊਣਤਾਈਆਂ ਨੇ ਉਹ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ, ਅੱਖਾਂ ਨਹੀਂ ਬੰਦ ਕੀਤੀਆਂ ਜਾ ਸਕਦੀਆਂ। ਲੇਕਿਨ ਪ੍ਰਬੰਧ ਸੁਧਾਰਿਆ ਕਿਵੇਂ ਜਾ ਸਕਦਾ ਆ, ਇਸ ਮੁੱਦੇ ਦੇ ਉੱਪਰ ਗੱਲ ਹੋ ਸਕਦੀ ਹੈ। ਔਰ ਜਿਹੜੀਆਂ ਸੰਸਥਾਵਾਂ ਵੈਸੇ ਹੀ ਸ਼ੌਕੀਆ ਤੌਰ ਤੇ ਹੀ, ਜਿਵੇਂ ਇੱਥੇ ਪੰਜਾਬ 'ਚ ਹੁੰਦਾ ਵੀ ਮੁੱਛਾਂ ਕੁੰਡੀਆਂ ਕਰਨ ਦਾ ਰਿਵਾਜ ਆ, ਤੇ ਐਵੇਂ ਸੰਸਥਾਵਾਂ ਦੇ ਵਿੱਚ ਵੀ ਰਿਵਾਜ ਆ, ਸਿੱਖ ਸੰਸਥਾਵਾਂ ਦੇ ਵਿੱਚ ਵੀ ਸ਼ੌਕੀਆ ਤੌਰ ਤੇ ਹੀ ਇਲਜ਼ਾਮ ਲਾਈ ਜਾਣੇ, ਕੋਈ ਹੱਲ ਨਹੀਂ ਦੱਸਣਾ। ਸੋ ਅੱਜ ਉਹਨਾਂ ਸੰਸਥਾਵਾਂ ਦੀ ਵੀ ਗੱਲ ਕਰਾਂਗੇ ਕਿ ਉਹਨਾਂ ਨੇ ਕੀ ਕੀਤਾ ਪਿਛਲੇ 40-40, 50-50 ਸਾਲ ਤੋਂ ਲੱਗੇ ਹੋਏ ਨੇ, ਸਿਵਾਏ ਭਾਸ਼ਣਬਾਜ਼ੀ ਤੋਂ ਕੋਈ ਪ੍ਰੈਕਟੀਕਲੀ ਜਾਂ ਅਮਲੀ ਤੌਰ ਤੇ ਕੋਈ ਗੱਲਬਾਤ ਹੋਈ ਜਾਂ ਨਹੀਂ ਹੋਈ। ਸੋ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਜੰਮੂ ਸਾਹਿਬ ਦਾ ਸਵਾਗਤ ਕਰਦਾ। ਭਾਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬ੍ਰੇਨ ਔਨ ਟੀਵੀ ਤੇ। ਸਾਰੇ ਸਰੋਤਿਆਂ ਨੂੰ ਮੇਰੀ ਤਰਫੋਂ ਤੁਹਾਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਜੰਮੂ ਸਾਹਿਬ ਗੱਲ ਇਹ ਆ ਕਿ ਮੁੱਦਾ ਤੁਸੀਂ ਮੇਰਾ ਸਮਝ ਚੁੱਕੇ ਹੋ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਦੇ ਉੱਪਰ ਲਗਾਤਾਰ ਇਲਜ਼ਾਮ ਤਰਾਸ਼ੀ ਕੀਤੀ ਜਾ ਰਹੀ ਹੈ, ਲੇਕਿਨ ਕੋਈ ਸੁਹਿਰਦਤਾ ਦੇ ਨਾਲ, ਜਿਹਨੂੰ ਆਪਾਂ ਕਹਿ ਦਈਏ ਕਿ ਮਨ ਨੂੰ ਸਕੂਨ ਦੇਣ ਵਾਲੀ ਗੱਲ ਉੱਪਰ ਕੇ ਕਿਸੇ ਪਾਸਿਓਂ ਸਾਹਮਣੇ ਆ ਜੇ, ਅਜਿਹੀ ਕੋਈ ਗੱਲ ਕਿਤੋਂ ਕੰਨਾਂ ਦੇ ਵਿੱਚ ਸੁਣਨ ਨੂੰ ਨਹੀਂ ਜਾਪਦੀ। ਸੋ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਕਿ ਜਿਹੜੇ ਲੋਕ ਇਲਜ਼ਾਮ ਲਾਉਣ ਦਾ ਸ਼ੌਂਕ ਰੱਖਦੇ ਨੇ, ਉਹਨਾਂ ਦਾ ਕਿਰਦਾਰ ਕੀ ਹੈ, ਤੇ ਆਪਾਂ ਸ਼੍ਰੋਮਣੀ ਕਮੇਟੀ ਦੇ ਕਿਰਦਾਰ ਬਾਰੇ ਥੋੜਾ ਜਿਹਾ ਲੇਖਾ ਜੋਖਾ ਤੁਹਾਡੇ ਸ਼ਬਦਾਂ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਦੇਖੋ ਆਪਣੇ ਜਸਪਾਲ ਜੀ, ਵੈਰੀ ਬਰੀਫਲੀ ਅਗਰ ਮੈਂ ਗੱਲ ਕਰਾਂ ਜੀ, ਕਿ ਸ਼੍ਰੋਮਣੀ ਕਮੇਟੀ ਦੀ ਜਿਹੜੀ ਹੋਂਦ ਸੀ ਉਹ ਬੜਾ ਇੱਕ ਵਿਜ਼ਨਰੀ ਸਟੈਪ ਸੀਗਾ ਜੀ। ਔਰ ਜਿਨ੍ਹਾਂ ਨੇ ਇਹਦੇ ਵਾਸਤੇ ਜੱਦੋ ਜਹਿਦ ਕੀਤੀ, ਉਹ ਅੱਜ ਦੇ ਮੁਕਾਬਲੇ, ਅੱਜ ਦੇ ਲੀਡਰਸ਼ਿਪ ਦੇ ਮੁਕਾਬਲੇ ਕਾਫੀ ਸਿਆਣੇ ਲੋਕ ਸੀਗੇ ਔਰ ਕਮਿਟਡ ਸੀਗੇ। ਔਰ ਸ਼੍ਰੋਮਣੀ ਕਮੇਟੀ ਹੋਂਦ ਜ਼ਿਲ੍ਹੇ ਚ ਆਈ ਤੇ ਜਿਹੜਾ ਅਸੀਂ ਅੱਜ ਦੇਖਦੇ ਆ ਨਾ, ਇੱਕ ਰੋਲਾ ਜਿਹਾ, ਇੱਕ ਨਵੀਂ ਗੱਲ ਕਹਿਣ ਦਾ ਜਿਹੜਾ ਇੱਕ ਦੱਸਿਆ ਜਾਂਦਾ, ਇੱਕ ਡਰਾਮੈਟਿਕ ਵੇ ਦੇ ਨਾਲ ਕਿ ਵੀ ਸੋਹਣਾ ਸਮਾਜ ਬਣਨਾ ਚਾਹੀਦਾ, ਸੋਹਣਾ ਸਮਾਜ ਬਣਨਾ ਚਾਹੀਦਾ। ਤੇ ਦੇਖੋ ਉਸ ਵੇਲੇ ਉਹ ਕਮੇਟੀ ਜਿਹੜੀ ਬਣੀ ਸੀਗੀ, ਉਹਨੇ ਨਾ ਸਿਰਫ ਗੁਰਦੁਆਰਾ ਪ੍ਰਬੰਧ ਵਾਸਤੇ ਆਪਣੀ ਤਵੱਜੋ ਦਿੱਤੀ, ਬਲਕਿ ਮੁਆਸ਼ਰੇ ਦੇ ਵਿੱਚ ਇੱਕ ਉਹਦਾ ਬੈਨੀਫਿਟ ਕਿਸ ਤਰ੍ਹਾਂ ਜਾਏ ਗੁਰੂ ਦੀ ਗੋਲਕ ਦਾ, ਉਹਦੇ ਵਾਸਤੇ ਵੀ ਉਹਨਾਂ ਨੇ ਸੋਚਿਆ। ਔਰ ਵੱਡੀ ਪੱਧਰ ਤੇ ਜਿਹੜੇ ਸਕੂਲਸ, ਉਹ ਐਜੂਕੇਸ਼ਨ ਸਿਸਟਮ ਜਿਹੜਾ ਉਹ ਤਿਆਰ ਕੀਤਾ ਗਿਆ। ਤੇ ਜਿਹਦੀ ਗੱਲ ਮੈਂ ਹੁਣ ਅੱਗੇ ਜਾ ਕੇ ਕਰਾਂਗਾ। ਪਹਿਲੀ ਗੱਲ ਇਹ, ਸ਼੍ਰੋਮਣੀ ਕਮੇਟੀ ਦੇ ਵਿੱਚ ਆਇਆ ਜਿਹੜਾ ਨਿਗਾਰ ਹੈ, ਕਾਲਾਂਤਰ ਜਿਹੜਾ ਨਿਗਾਰ ਆਇਆ, ਉਹਦੀ ਨੁਕਤਾਚੀਨੀ ਹੋਣੀ ਤੇ ਲਾਜ਼ਮੀ ਹੈ, ਬਿਲਕੁਲ ਹੋਣੀ ਵੀ ਚਾਹੀਦੀ ਹੈ ਜੀ ਜੀ ਜੀ, ਕਿਉਂਕਿ ਉਹ ਡੈਮੋਕ੍ਰੈਟਿਕਲੀ ਇਲੈਕਟਿਡ ਬੋਡੀ ਹੈ। ਬਿਲਕੁਲ ਬਿਲਕੁਲ। ਸ਼੍ਰੋਮਣੀ ਕਮੇਟੀ ਬਿਲੋਂਗਸ ਟੂ ਏ ਕਾਮਨ ਸਿੱਖ। ਬਿਲਕੁਲ। ਜਿਸ ਤਰ੍ਹਾਂ ਹਿੰਦੁਸਤਾਨ ਦੀ ਸਰਕਾਰ ਨੂੰ ਲੋਕ ਚੁਣਦੇ ਨੇ ਨਾ ਜੀ, ਇਸ ਤਰ੍ਹਾਂ ਹੀ ਸ਼੍ਰੋਮਣੀ ਕਮੇਟੀ ਨੂੰ ਲੋਕ ਚੁਣਦੇ ਨੇ। ਉਹ ਕਿਸੇ ਭਾਈ ਜਾਂ ਕਿਸੇ ਕਾਲਜ ਜਾਂ ਕਿਸੇ ਬਾਬੇ ਵਰਗਾ ਸੈਲਫ ਇੰਪੋਜ਼ਡ ਜਾਂ ਸੈਲਫ ਕ੍ਰੀਏਟਡ ਸੰਸਥਾਨ ਨਹੀਂ ਹੈ ਜੀ। ਠੀਕ ਹੈ, ਇੱਕ ਗੱਲ ਆ ਗਈ ਤੇ ਉਹਦੀ ਨੁਕਤਾਚੀਨੀ ਵੀ ਹੋਣੀ ਲਾਜ਼ਮੀ ਹੈ ਜੀ। ਜਿਹੜਾ ਨਿਗਾਰ ਆਇਆ ਉਹਦੇ ਵਿੱਚ, ਉਹਦੀ ਨੁਕਤਾਚੀਨੀ ਨੂੰ ਅਸੀਂ ਬੰਦ ਵੀ ਨਹੀਂ ਕਰ ਸਕਦੇ, ਹੋਰ ਹੋਣੀ ਵੀ ਚਾਹੀਦੀ ਹੈ। ਜਿਸ ਤਰ੍ਹਾਂ ਕਿ ਇੱਕ ਅਸੀਂ ਦੇਖਿਆ ਪਿੱਛੇ ਦੌਰ ਦੇ ਵਿੱਚ ਜਿਹੜਾ ਮਾਫੀਨਾਮਾ ਸੌਦਾ ਸਾਧ ਦਾ ਜਿਹੜਾ ਹੋਇਆ, ਜਿਸ ਪ੍ਰਕਾਰ ਦੇ ਨਾਲ ਉਹਦੀ ਨੁਕਤਾਚੀਨੀ ਹੋਈ, ਦੈਟ ਇਜ਼ ਵੈਲਕਮ। ਉਹ ਬੜਾ ਇੱਕ ਡਿਬੇਟੇਬਲ ਪੁਆਇੰਟ ਸੀ ਔਰ ਵਾਜਿਬ ਪੁਆਇੰਟ ਸੀ। ਬਿਲਕੁਲ। ਦੂਸਰੀ ਗੱਲ ਆ ਗਈ, ਮੈਂ ਜਿੰਨੀ ਕੁ ਦੇਰ ਤੋਂ ਇਸ ਫੀਲਡ ਦੇ ਵਿੱਚ ਵਿਚਰ ਰਿਹਾ ਵਾਂ, ਯਾਨੀ ਕਿ ਇਨ ਟੱਚ ਆ, ਕਰੀਬ 10-12 ਸਾਲ ਤੋਂ, ਮੈਂ ਇਹ ਦੇਖਿਆ ਕਿ ਜਿਹੜੀ ਸ਼੍ਰੋਮਣੀ ਕਮੇਟੀ ਦੀ ਨੁਕਤਾਚੀਨੀ ਹੈ ਨਾ,
ਉਹਦਾ ਮਿਆਰ ਜਿਹੜਾ ਕੁਝ ਠੀਕ ਨਹੀਂ ਹੈ, ਇਨਕੰਪਲੀਟ ਹੈ। ਇਨਕੰਪਲੀਟ ਮਤਲਬ ਨੁਕਤਾਚੀਨੀ ਕਰਨ ਦਾ ਜਿਹੜਾ ਤਰੀਕਾਕਾਰ ਅਪਣਾਇਆ ਜਾ ਰਿਹਾ, ਤੁਸੀਂ ਉਹਦੇ ਨਾਲ ਸਹਿਮਤ ਨਹੀਂ ਹੈਗੇ? ਨਹੀਂ ਸਹਿਮਤ, ਕਿਉਂਕਿ ਉਹ ਅਲੋਪਸਾਈਡਡ ਹੈ ਜੀ। ਮੈਂ ਸਹਿਮਤ ਹੈ ਵਾਂ, ਲੇਕਿਨ ਅਲੋਪਸਾਈਡਡਨੈਸ ਨਾਲ ਮੈਂ ਸਹਿਮਤ ਨਹੀਂ ਹਾਂ ਕਿ ਇੱਕ ਪਾਸੜ ਕਿ ਸਿਰਫ ਤੇ ਸਿਰਫ ਧਾਰਮਿਕ ਇੱਕ ਚੀਜ਼ ਨੂੰ ਲੈ ਕੇ ਤੇ ਉਹਦੀ ਨੁਕਤਾਚੀਨੀ ਕਰਨੀ, ਔਰ ਕੁਝ ਮੁੱਦੇ ਜਿਹੜੇ ਬੜੇ ਇੰਪੋਰਟੈਂਟ ਉਹਨੂੰ ਨਹੀਂ ਚੁੱਕਣਾ ਇੱਕ ਰਿਸਪੌਂਸਿਬਲ ਵੇ ਦੇ ਵਿੱਚ, ਜਿਹੜੇ ਕਿ ਚੁੱਕੇ ਜਾਣੇ ਚਾਹੀਦੇ ਨੇ। ਕਮੇਟੀ ਤੋਂ ਸਵਾਲ ਪੁੱਛੇ ਜਾਣੇ ਚਾਹੀਦੇ, ਬੜੇ ਸ਼ਿੱਦਤ ਔਰ ਅਸਰਦਾਰ ਤਰੀਕੇ ਨਾਲ ਪੁੱਛੇ ਜਾਣੇ ਚਾਹੀਦੇ। ਸਾਡੇ ਪ੍ਰਚਾਰਕਾਂ ਦੇ ਵਿੱਚੋਂ ਜਿਹੜੇ ਆਰਗੇਨਾਈਜ਼ ਸੰਸਥਾਨ, ਜਿਹੜੇ ਪਿਛਲੇ ਤਕਰੀਬਨ 60 ਸ਼੍ਰੋਮਣੀ ਕਮੇਟੀ ਨੂੰ ਬਣਿਆ 100 ਸਾਲ ਹੋਏ ਨੇ, ਲੇਕਿਨ ਐਸੇ ਵੀ ਪ੍ਰਚਾਰ ਸੰਸਥਾਨ ਜਿਨ੍ਹਾਂ ਨੂੰ ਬਣਿਆ ਆਪ 60 ਸਾਲ ਹੋ ਗਏ ਕੋਈ ਸ਼ੱਕ ਨਹੀਂ। 50 ਸਾਲ, ਕੋਈ 40 ਸਾਲ, ਕੋਈ 20 ਸਾਲ, ਕੋਈ 15 ਸਾਲ। ਔਰ ਆਰਗੇਨਾਈਜ਼ਡ ਨਾ, ਉਹਨਾਂ ਦੇ ਵਿੱਚ ਵੀ ਪੈਸੇ ਦਾ ਇਨਫਲਕਸ ਜਿਹੜਾ ਹੈ ਉਹ ਲੱਖਾਂ ਡਾਲਰ ਹੈਗਾ। ਠੀਕ ਹੈ ਜੀ। ਹੁਣ ਸ਼੍ਰੋਮਣੀ ਕਮੇਟੀ ਦੀ ਨੁਕਤਾਚੀਨੀ ਦੇ ਵਿੱਚ ਕਰਨ ਵੇਲੇ ਇੱਕ ਨੁਕਤਾਚੀਨੀ ਨੂੰ ਭੁੱਲਿਆ ਜਾਂਦਾ ਹੈ, ਉਹ ਮੈਂ ਉਹਦੇ ਵੱਲ ਤੁਹਾਡਾ ਤਵੱਜੋ ਦਿਵਾਉਣਾ ਚਾਹੁੰਦਾ। ਠੀਕ ਹੈ ਜੀ। ਉਹ ਇਹ ਹੈ ਕਿ ਸ਼੍ਰੋਮਣੀ ਕਮੇਟੀ ਨੇ ਜਿਹੜਾ ਇੱਕ ਸੋਹਣਾ ਸਮਾਜ ਦੀ ਸਿਰਜਣਾ ਵਾਸਤੇ, ਲੋਕਾਂ ਨੂੰ ਹੈਲਪ ਕਰਨ ਵਾਸਤੇ ਜਿਹੜਾ ਖਾਬ ਦੇਖਿਆ ਸੀ ਸਾਡੇ ਪੁਰਖਿਆਂ ਨੇ, ਸਾਡੇ ਬਜ਼ੁਰਗਾਂ ਨੇ, ਉਹਨਾਂ ਨੇ ਸਕੂਲ ਕਾਲਜਿਸ ਖੋਲੇ। ਅੱਜ ਦੀ ਡੇਟ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਅੰਦਰ 35-40 ਕਾਲਜਿਸ ਚੱਲ ਰਹੇ, ਔਰ 50-60 ਦੇ ਕਰੀਬ ਸਕੂਲ ਚੱਲ ਰਹੇ, 2 ਯੂਨੀਵਰਸਿਟੀਆਂ ਚੱਲ ਰਹੀਆਂ, ਔਰ 2 ਮੈਡੀਕਲ ਕਾਲਜ ਚੱਲ ਰਹੇ। ਉਸ ਤੋਂ ਇਲਾਵਾ ਅਗਰ ਤੁਸੀਂ ਡਾਇਰੈਕਟੋਰੇਟ ਆਫ ਐਜੂਕੇਸ਼ਨ ਸ਼੍ਰੋਮਣੀ ਕਮੇਟੀ ਦੇ ਵੈਬਸਾਈਟ ਤੇ ਜਾ ਕੇ ਦੇਖੋ, ਜਿਸ ਤਰ੍ਹਾਂ ਕਿ ਮੈਂ ਦੇਖਿਆ, ਮੇਰੇ ਮਨ ਵਿੱਚ ਆਇਆ ਕਿ ਮੈਂ ਦੇਖਾਂ ਕਿ ਇਹ ਕੀ ਕਰ ਰਹੇ ਨੇ, ਸ਼੍ਰੋਮਣੀ ਕਮੇਟੀ ਕੀ ਕਰ ਰਹੀ ਹੈ। ਤਾਂ ਉਹਦੇ ਵਿੱਚ ਮੈਂ ਦੇਖਿਆ ਕਿ ਉਹਨਾਂ ਨੇ ਯੂਕੇ ਦੇ ਕੈਂਬਰਿਜ ਕਾਲਜ ਨਾਲ ਸਕਾਲਰਸ਼ਿਪ ਵੀ ਅਰੇਂਜ ਕੀਤੀ ਹੈ ਫॉर ਬ੍ਰਿਲੀਅੰਟ 6 ਸਟੂਡੈਂਟਸ, ਠੀਕ ਹੈ, ਜਿਹੜੇ ਉੱਥੇ ਪੜ੍ਹਨ ਜਾਣਗੇ, ਐਮਫਿਲ ਕਰਨੀ, ਪੀਐਚਡੀ ਕਰਨ, ਉਹਦੇ ਵਿੱਚ ਕਮੇਟੀ ਸਕਾਲਰਸ਼ਿਪ ਪ੍ਰੋਵਾਈਡ ਕਰੇਗੀ। ਦੈਨ ਨਿਊਜ਼ੀਲੈਂਡ ਦੇ ਵਿੱਚ ਇੱਕ ਸੰਸਥਾਨ ਨਾਲ ਟੈਕਨੋਲੋਜੀ ਦੇ ਸ਼੍ਰੋਮਣੀ ਕਮੇਟੀ ਦਾ 2011 ਵਿੱਚ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਟਾਈ ਅਪ ਹੋਇਆ ਸੀ ਜੀ। ਠੀਕ ਹੈ। ਉਹਦੇ ਵਿੱਚ ਕੀ ਸੀਗਾ ਵੀ ਟੀਚਰ ਔਰ ਸਟੂਡੈਂਟ ਐਕਸਚੇਂਜ ਦਾ ਪ੍ਰੋਗਰਾਮ ਸੀਗਾ। 2 ਸਾਲ ਇੱਥੋਂ ਦਾ ਸਟੂਡੈਂਟ ਉੱਥੇ ਦੀ ਯੂਨੀਵਰਸਿਟੀ ਪੜ੍ਹੇਗਾ ਤੇ 2 ਸਾਲ ਉੱਥੋਂ ਦੇ ਟੀਚਰ ਇੱਥੇ ਪੜ੍ਹਾਉਣ ਆਉਣਗੇ। ਠੀਕ ਹੈ ਜੀ। ਲੇਕਿਨ ਇਸ ਸਾਰੇ ਕਾਸੇ ਦੇ ਵਿੱਚ ਮੈਂ ਇਹ ਦੇਖਣਾ ਕਿ ਪ੍ਰਚਾਰਕ ਸ਼੍ਰੋਮਣੀ ਕਮੇਟੀ ਦੇ ਇਸ ਫੀਲਡ ਵਿੱਚ ਆਏ ਨਿਗਾਰ ਦੇ ਬਾਰੇ ਗੱਲ ਬਿਲਕੁਲ ਨਹੀਂ ਕਰਦੇ। ਮਤਲਬ ਐਜੂਕੇਸ਼ਨ ਦੇ ਵਿੱਚ ਹਾਂ, ਦੇਖੋ 238 ਕਰੋੜ ਦਾ ਬਜਟ ਸੀਗਾ, 238 ਕਰੋੜ ਇੱਕ ਸਾਲ ਦਾ ਜੀ, 2019-20 ਦਾ, ਜਿਹੜਾ ਹੁਣ ਥੋੜਾ ਜਿਹਾ ਕਰੋਨਾ ਦੇ ਕਾਰਨ ਘਟਿਆ, 200 ਕੁਛ 5-10 ਕਰੋੜ ਦੇ ਕਰੀਬ ਆਇਆ। ਠੀਕ ਹੈ ਜੀ। 238 ਕਰੋੜ ਜਸਪਾਲ ਜੀ ਕੋਈ ਘੱਟ ਰਕਮ ਹੁੰਦੀ ਹੈ? ਬਿਲਕੁਲ ਸਹੀ ਗੱਲ ਹੈ ਜੀ। ਸ਼੍ਰੋਮਣੀ ਕਮੇਟੀ ਦੇ ਵਿੱਚ ਅਗਰ ਉਹ 238 ਕਰੋੜ ਰੁਪਏ ਐਜੂਕੇਸ਼ਨ ਸੈਕਟਰ ਦੇ ਵਿੱਚ ਐਲੋਕੇਸ਼ਨ ਹੈ ਜੀ, ਤੇ ਜਿਸਲੇ ਵੀ ਸਾਡੇ ਪ੍ਰਚਾਰਕ ਗੱਲ ਕਰਦੇ ਨੇ ਤੇ ਉਸ ਬਜਟਰੀ ਐਲੋਕੇਸ਼ਨ ਦੇ ਬਾਰੇ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਕਮੀਆਂ ਬਾਰੇ ਗੱਲ ਕਿਉਂ ਨਹੀਂ ਕੀਤੀ ਜਾਂਦੀ ਜੀ? ਇਹ ਕਿਉਂ ਨਹੀਂ ਪੁੱਛਿਆ ਜਾਂਦਾ ਕਿ ਸ਼੍ਰੋਮਣੀ ਕਮੇਟੀ ਨੂੰ ਤੁਹਾਡੀ ਸਟਾਫ ਦੀ ਟ੍ਰਾਂਸਫਰ ਪਾਲਿਸੀ ਕੀ ਹੈ ਜੀ? ਉਹਦੇ ਵਿੱਚ ਆਏ ਭਾਈ ਭਤੀਜਾਵਾਦ ਨੂੰ ਠੱਲ ਪਾਉਣ ਸੇ ਸਵਾਲ ਨਹੀਂ ਕੀਤੇ ਜਾਂਦੇ ਜੀ। ਉਹਦੇ ਸਕੂਲਾਂ ਦਾ ਇਨਫਰਾਸਟ੍ਰਕਚਰ ਜਿਹੜਾ ਹੈ, ਉਹਦੀ ਹਾਲਤ ਕੀ ਹੈ, ਉਹਦੇ ਬਾਰੇ ਕੋਈ ਸਵਾਲ ਨਹੀਂ ਕੀਤਾ ਜਾਂਦਾ। ਕੋਈ ਪ੍ਰਚਾਰਕ ਨਹੀਂ ਬੋਲਦਾ, ਨਾ ਮਿਸ਼ਨਰੀ ਕਾਲਜ ਬੋਲਦੇ ਨੇ, ਨਾ ਕੋਈ ਭਾਈ ਬੋਲਦਾ, ਨਾ ਹੀ ਕੋਈ ਹੋਰ ਸੰਸਥਾਨ ਬੋਲਦੇ, ਸਵਾਲ ਪੁੱਛਦੇ। ਠੀਕ ਹੈ ਜੀ। ਹੁਣ ਅਸੀਂ ਕਹਿੰਦੇ ਹਾਂ ਕਿ ਚਲੋ ਜੀ ਸਾਧਾਂ ਤੇ ਡੇਰੇਦਾਰਾਂ ਨੂੰ ਤੇ ਕੁਝ ਪਤਾ ਹੀ ਨਹੀਂ ਹੈ, ਉਹ ਤੇ ਪਿਛੜੇ ਹੋਏ ਲੋਕ ਨੇ, ਜਿਹੜੇ ਐਡਵਾਂਸ ਆਪਣੇ ਆਪ ਨੂੰ ਸਮਝਦੇ ਨੇ, ਉਹ ਇਸ ਬਾਰੇ ਗੱਲ ਹੀ ਨਹੀਂ ਕਰਦੇ ਜੀ। ਠੀਕ ਹੈ ਜੀ। ਉਹ ਇਹ ਨਹੀਂ ਪੁੱਛਦੇ ਕਿ ਸਟੂਡੈਂਟ ਐਨਰੋਲਮੈਂਟ ਕਿੰਨੀ ਹੈ, ਗੱਡੀਆਂ ਕਿੰਨੀਆਂ, ਬਜਟ ਦਾ ਹਿਸਾਬ ਕਿਤਾਬ ਕੀ ਹੈ, ਔਰ ਉਹਦੇ ਬਾਰੇ ਕੋਈ ਵੀ ਬਜਟ ਆਉਣ ਦੇ ਬਾਰੇ ਇੱਕ ਪ੍ਰੋਪਰ ਡਿਸਕਸ਼ਨ ਕਿਸੇ ਵੀ ਪ੍ਰਚਾਰਕ ਫੋਰਮ ਤੇ ਨਹੀਂ ਹੁੰਦੀ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਜਿਵੇਂ ਹੁਣ ਨੈਸ਼ਨਲ ਬਜਟ ਰਿਲੀਜ਼ ਹੁੰਦਾ ਇੰਡੀਆ ਦਾ, ਤਾਂ ਉਹਦੇ ਤੇ ਕਿੰਨੀ ਡਿਬੇਟ ਹੁੰਦੀ ਹੈ, ਔਰ ਲਗਾਤਾਰ ਕਈ ਦਿਨ ਤੱਕ ਡਿਬੇਟ ਹੁੰਦੀ ਹੈ। ਲੇਕਿਨ ਇਹ ਤੁਹਾਡੀ ਗੱਲ ਬਿਲਕੁਲ ਠੀਕ ਆ ਕਿ ਸ਼੍ਰੋਮਣੀ ਕਮੇਟੀ ਦਾ ਜਦੋਂ ਵੀ ਬਜਟ ਰਿਲੀਜ਼ ਹੁੰਦਾ ਆ, ਇੱਕ ਉਸਾਰੂ ਕ੍ਰਿਟਿਸਿਜ਼ਮ ਕਦੇ ਨਹੀਂ ਹੋਇਆ। ਮੈਂ ਨਹੀਂ ਸੁਣਿਆ, ਜੇ ਹੋਇਆ ਵੀ ਹੋਊਗਾ, ਲੇਕਿਨ ਮੈਂ ਨਹੀਂ ਸੁਣਿਆ ਉਸ ਲੈਵਲ ਤੇ। ਕਦੇ ਨਹੀਂ ਹੋਇਆ। ਮੈਂ ਨਹੀਂ ਕਦੇ ਸੁਣਿਆ ਕਿ ਬਈ ਉੱਥੇ ਬੈਠ ਕੇ ਦੇਖੋ, ਤੁਸੀਂ ਬਿਲਕੁਲ ਰਾਈਟਲੀ ਪੁਆਇੰਟ ਆਊਟ ਕੀਤਾ, ਇੰਡੀਅਨ ਯੂਨੀਅਨ ਦਾ ਬਜਟ ਆਂਦਾ ਜੀ, ਸਾਰੇ ਅਖਬਾਰਾਂ, ਸਾਰੇ ਰਸਾਲਿਆਂ ਵਿੱਚ ਬ੍ਰਿਲੀਅੰਟ ਮਾਈਂਡਸ ਬੈਠ ਕੇ ਉਹਨੂੰ ਡਿਸਕਸ ਕਰਦੇ ਨੇ, ਉਹਦੀ ਕਮੀਆਂ ਪੇਸ਼ੀਆਂ, ਬਈ ਕੀ ਕਮੀ ਸੀ, ਕੀ ਹੋਣਾ ਚਾਹੀਦਾ ਸੀ, ਕੀ ਨਹੀਂ ਸੀ ਹੋਣਾ ਚਾਹੀਦਾ, ਇਹਦੇ ਬਾਰੇ ਗੱਲ ਕੀਤੀ ਜਾਂਦੀ ਹੈ ਜੀ ਜੀ ਜੀ। ਲੇਕਿਨ ਸ਼੍ਰੋਮਣੀ ਕਮੇਟੀ ਦੇ ਬਜਟ ਉੱਪਰ ਇਸ ਤਰ੍ਹਾਂ ਦੀ ਕੋਈ ਚਰਚਾ ਨਹੀਂ, ਕੋਈ ਕ੍ਰਿਟਿਸਿਜ਼ਮ ਨਹੀਂ ਸਾਨੂੰ ਦੇਖਣ ਨੂੰ ਮਿਲਦਾ। ਵਿਸ਼ੇਸ਼ ਤੌਰ ਤੇ ਮੈਂ ਐਜੂਕੇਸ਼ਨ ਸੈਕਟਰ ਦੀ ਗੱਲ ਕਰ ਰਿਹਾ ਕਿ ਐਜੂਕੇਸ਼ਨ ਸੈਕਟਰ ਦੇ ਵਿੱਚ ਸਾਡੇ ਕਾਲਜਿਸ, ਸਾਡੇ ਪ੍ਰਚਾਰਕ ਨਹੀਂ ਬੋਲਦੇ। ਕਿਉਂ ਨਹੀਂ ਬੋਲਦੇ? ਉਹਦਾ ਇੱਕ ਕਾਰਨ ਹੈ ਜੀ, ਜੋ ਮੈਂ ਸਮਝਿਆ। ਠੀਕ ਹੈ ਜੀ। ਹੁਣ ਤੁਸੀਂ ਮੈਨੂੰ ਪੁੱਛੋਗੇ ਕਿ ਉਹਦਾ ਕੀ ਕਾਰਨ ਹੈ, ਕਿਉਂ ਨਹੀਂ ਬੋਲਦੇ?
ਪਹਿਲੇ ਤਾਂ ਮੈਂ ਤੁਹਾਨੂੰ ਸਵਾਲ ਕਰਾਂਗੀ ਭਾਈ, ਤੁਸੀਂ ਕਦੇ ਉਹਨਾਂ ਨੂੰ ਐਜੂਕੇਸ਼ਨ ਬਾਰੇ ਬੋਲਦੇ ਦੇਖਿਆ? ਤੇ ਤੁਸੀਂ ਵੀ ਸ਼ਾਇਦ ਨਹੀਂ ਸੁਣਿਆ ਹੋਵੇਗਾ। ਨਹੀਂ ਸੁਣਿਆ। ਉਹੀ ਜੇ ਸ਼੍ਰੋਮਣੀ ਕਮੇਟੀ ਬਾਰੇ ਬੋਲਦੇ ਵੀ ਤਾਂ ਜੇ ਸ਼੍ਰੋਮਣੀ ਕਮੇਟੀ ਕਦੇ ਗਾਇਬ ਗਾਏ ਇਹਨਾਂ ਲੋਕਾਂ ਨੂੰ ਚੁੰਡੀ ਵੱਢ ਦਿੰਦੀ ਆ, ਫਿਰ ਉਹ ਦਰਦ ਦੇ ਵਿੱਚੋਂ ਉਹਨਾਂ ਦੀ ਜਿਹੜੀ ਅੰਦਰੋਂ ਆਹਟ ਤਕਲੀਫ ਨਿਕਲਦੀ ਆ, ਉਸ ਕਰਕੇ ਬੋਲਦੇ ਨੇ। ਆਹ ਤੁਹਾਡਾ ਪੁਆਇੰਟ ਬਿਲਕੁਲ ਵਾਜਬ ਆ ਵੀ ਨਹੀਂ ਬੋਲਦੇ। ਅਸਲੀ ਕਾਰਨ ਮੈਂ ਤੁਹਾਨੂੰ ਦੱਸਣਾ ਕਿ ਐਜੂਕੇਸ਼ਨ ਸੈਕਟਰ ਦੇ ਬਾਰੇ ਕਿਉਂ ਨਹੀਂ ਬੋਲਦੇ ਜੀ। ਬਈ ਸੋਹਣਾ ਸਮਾਜ ਬਣਾਉਣਾ ਤੇ ਐਜੂਕੇਸ਼ਨ ਦੇਣੀ ਪੈਗੀ ਬੱਚਿਆਂ ਨੂੰ। ਬਿਲਕੁਲ ਬਿਲਕੁਲ ਇੰਪੋਰਟੈਂਟ, ਸਭ ਤੋਂ ਇੰਪੋਰਟੈਂਟ ਫੀਲਡ ਉਹ ਹੈ। ਸ਼੍ਰੋਮਣੀ ਕਮੇਟੀ ਕੜਾ ਪ੍ਰਸ਼ਾਦ ਸਾਲ ਦਾ ਕਿੰਨਾ ਬਣਾਉਂਦੀ ਹੈ, ਸਟਾਫ ਨੂੰ ਕਿੰਨੀ ਤਨਖਾਹ ਦਿੰਦੀ ਹੈ, ਤੇ ਬਾਅਦ ਦੀਆਂ ਗੱਲਾਂ। ਬਿਲਕੁਲ ਜਿਹੜਾ ਸਮਾਜ ਨਾਲ ਰਿਲੇਟਡ ਡਾਇਰੈਕਟਲੀ ਕੰਮ ਹੈ ਉਹ ਹੈ ਐਜੂਕੇਸ਼ਨ ਸੈਕਟਰ। ਬਿਲਕੁਲ ਠੀਕ ਹੈ ਨਾ। ਉਹਦੇ ਵਿੱਚ ਕੀ ਹੈ, ਉਹ ਇਸ ਵਾਸਤੇ ਨਹੀਂ ਬੋਲਦੇ ਕਿ ਅਗਰ ਇਹ ਸਾਰੇ ਸੰਸਥਾਨ ਸ਼੍ਰੋਮਣੀ ਕਮੇਟੀ ਦੀ ਨੁਕਤਾਚੀਨੀ ਜਿਹੜੀ ਵਾਜਬ ਹੈ ਕਰਨੀ ਚਾਹੀਦੀ ਹੈ, ਉਹ ਅਗਰ ਕਰਨੀ ਸਟਾਰਟ ਕਰਨਗੇ ਐਜੂਕੇਸ਼ਨ ਸੈਕਟਰ ਬਾਰੇ, ਆਸਤਾ ਆਸਤਾ ਨੈਰੇਟਿਵ ਚੇਂਜ ਹੋਏਗਾ ਜੀ। ਉਸ ਨੈਰੇਟਿਵ ਚੇਂਜ ਹੋਣ ਦੇ ਵਿੱਚ ਆਸਤਾ ਆਸਤਾ ਲੋਕਾਂ ਦੇ ਜ਼ਿਹਨ ਵਿੱਚ ਸਵਾਲ ਆਏਗਾ, ਬਈ ਇਹ ਜਿਹੜੇ ਪ੍ਰਚਾਰਕ ਸੰਸਥਾਨ ਜਾਂ ਇਹ ਜਿਹੜੇ ਭਾਈ ਬਣੇ ਲੋਕ ਨੇ, ਇਹ ਵੀ ਕਰੋੜਾਂ ਰੁਪਏ ਕਮਾ ਰਹੇ ਨੇ, ਆਪਣੇ ਮੂੰਹੋਂ ਕਹਿੰਦੇ ਨੇ ਕਿ ਅਸੀਂ ਕਰੋੜਾਂ ਅਰਬਾਂ ਰੁਪਏ ਤੇ ਲਾ ਵਟੇ ਆ। ਬਿਲਕੁਲ ਬਿਲਕੁਲ ਬਿਲਕੁਲ। ਇਹਨਾਂ ਨੂੰ ਆਸਤਾ ਆਸਤਾ ਇੱਕ ਨੌਜਵਾਨ ਸਵਾਲ ਪੁੱਛਣਾ ਸ਼ੁਰੂ ਕਰੇਗਾ ਕਿ ਸ਼੍ਰੋਮਣੀ ਕਮੇਟੀ ਇਲੈਕਟਡ ਬਾय ਦ ਪੀਪਲ, ਇਲੈਕਟਡ ਬਾय ਦ ਸਿੱਖ, ਉਹ ਫਿਰ 238 ਕਰੋੜ ਦਾ ਬਜਟ ਰੱਖ ਰਹੀ ਹੈ ਤੇ ਉਹਦੇ ਵਿੱਚ ਕੋਈ ਕੁਤਾਹੀ ਕਰ ਰਹੀ ਹੈ। ਉਹਦੀ ਠੀਕ ਹੋਣ ਦੀ ਗੱਲ ਅਸੀਂ ਕਰ ਰਹੇ ਹਾਂ, ਪਰ ਤੁਹਾਡੇ ਕੋਲ ਅੱਜ ਤੱਕ ਜਿਹੜਾ ਪਿਛਲੇ 60 ਸਾਲ ਤੋਂ ਜਾਂ 40 ਸਾਲ ਤੋਂ ਜਾਂ 20 ਸਾਲ ਤੋਂ ਜਿਹੜਾ ਡੇਰਿਆਂ 'ਚ ਪੈਸਾ ਆਇਆ, ਜਾਂ ਤੁਹਾਡੇ ਪ੍ਰਚਾਰਕ ਫੋਰਨ ਵਿੱਚ ਜਾ ਕੇ ਜਿਹੜਾ ਇੱਕ ਸਾਲ ਦਾ ਲੱਖਾਂ ਡਾਲਰ ਲੈ ਕੇ ਤੁਹਾਨੂੰ ਆ ਕੇ ਦਿੰਦੇ ਨੇ ਆਰਗੇਨਾਈਜ਼ਡ ਵੇ ਨਾਲ, ਤੁਸੀਂ ਅੱਜ ਤੱਕ ਡੱਕਾ ਨਹੀਂ ਤੋੜਿਆ ਐਜੂਕੇਸ਼ਨ ਦੇ ਫੀਲਡ ਵਿੱਚ। ਬਿਲਕੁਲ ਨੈਰੇਟਿਵ ਚੇਂਜ ਹੋਏਗਾ ਨਾ। ਬਿਲਕੁਲ ਪ੍ਰਚਾਰ ਦਾ ਨੈਰੇਟਿਵ ਚੇਂਜ ਹੋਏਗਾ। ਇਹ ਇਸ ਵਾਸਤੇ ਗੱਲ ਨਹੀਂ ਕਰਦੇ ਸਾਡੇ ਸੰਸਥਾਨ ਜੀ, ਸ਼੍ਰੋਮਣੀ ਕਮੇਟੀ ਦੀ ਨੁਕਤਾਚੀਨੀ ਇਸ ਵਾਸਤੇ ਨਹੀਂ ਕਰਦੇ ਕਿ ਪਬਲਿਕ ਨੂੰ ਇਹ ਪਤਾ ਚੱਲ ਜਾਏਗਾ ਕਿ ਸ਼੍ਰੋਮਣੀ ਕਮੇਟੀ ਤੇ ਬਈ ਐਡੇ ਕਾਲਜ ਚਲਾ ਰਹੀ ਹੈ। ਸ਼੍ਰੋਮਣੀ ਕਮੇਟੀ ਤੇ ਬਾਹਰ ਫੋਰਨ ਕੰਟਰੀਜ਼ ਨਾਲ ਟਾਈ ਅਪ ਵੀ ਕਰਨ ਦਾ ਵੀ ਪ੍ਰੋਗਰਾਮ ਹੈ। ਬਿਲਕੁਲ 238 ਕਰੋੜ ਦਾ ਬਜਟ ਵੀ ਹੈ, 70-80% ਲਾਂਦੀ ਹੋਏਗੀ। 10-20% ਦੀ ਅਸੀਂ ਮੰਨ ਸਕਦੇ ਹਾਂ ਕਿ ਉਹਦਾ ਜਿਹੜਾ ਖਾਂਦੇ ਵੀ ਹੋਣਗੇ ਪੂਰੀ ਤਰ੍ਹਾਂ ਦੁੱਧ ਨਾਲ ਧੋਤੇ ਨਹੀਂ ਆਪਾਂ ਕਹਿ ਸਕਦੇ, ਖਾਂਦੇ ਹੋਣਗੇ। ਇਹਦੇ ਬੜੀਆਂ ਚੀਜ਼ਾਂ ਸਾਹਮਣੇ ਆਈਆਂ ਹੋਈਆਂ ਨੇ ਆਲਮੋਸਟ ਮੀਡੀਆ ਦੇ ਵਿੱਚ ਵੀ, ਲੇਕਿਨ ਇਹ ਗੱਲ ਠੀਕ ਆ ਕਿ ਜਿਹੜਾ ਜਦੋਂ ਸਮਾਜ ਹੀ ਸੋਹਣੇ ਬਣਾਉਣ ਦੀ ਜਦੋਂ ਗੱਲ ਚੱਲ ਪਈ ਤਾਂ ਉਹਦੇ ਲਈ ਬੰਦੇ ਦਾ ਐਜੂਕੇਟਡ ਹੋਣਾ ਬਹੁਤ ਜ਼ਰੂਰੀ ਹੈ। ਤੇ ਉਹਦੇ ਲਈ ਪ੍ਰੈਕਟੀਕਲ ਤੌਰ ਤੇ ਇਹਨਾਂ ਸੰਸਥਾਵਾਂ ਨੇ ਵੀ ਕੁਝ ਨਹੀਂ ਕੀਤਾ ਹਾਲੇ ਤੱਕ, ਸਿਵਾਏ ਸਟੇਜਾਂ ਦੇ ਉੱਪਰ ਭਾਸ਼ਣ ਦੇਣ ਤੋਂ। ਉਹ ਇਸ ਵਾਸਤੇ ਨਹੀਂ ਕੀਤਾ ਵੀ ਜੀ, ਐਜੂਕੇਸ਼ਨ ਦੀ ਗੱਲ ਕ੍ਰਿਟਿਸਿਜ਼ਮ ਵੀ ਉਹੀ ਕੀਤੇ ਨੇ ਕਿ ਦੁੱਖ ਭੰਜਨੀ ਬੇਰੀਆ ਜੀ, ਉੱਥੇ ਅਖੰਡ ਪਾਠ ਏਦਾਂ ਹੋਈ ਜਾਂਦੇ ਆ ਜੀ, ਆਹ ਦੇਖ ਲਓ ਜੀ ਸਰੋਵਰ ਦੇ ਵਿੱਚ ਏਦਾਂ। ਇੰਨੀ ਕੁ ਔਕਾਤ ਦੇ ਮਾਲਕ ਨੇ, ਜਿਹੜੀ ਅਸਲ ਗੱਲ ਅਸੀਂ ਲਫ਼ਜ਼ ਫੜਨ ਵਾਲੀ ਉਹ ਕਦੇ ਕੌਮ ਦੀ ਨਹੀਂ ਫੜੀ ਇਹਨਾਂ ਨੇ। ਉਹ ਕੌਮ ਦੀ ਫੜੀ। ਇੱਕ ਤੇ ਇਹ ਚੀਜ਼ ਨਹੀਂ ਦੱਸਦੇ ਕਿ ਸ਼੍ਰੋਮਣੀ ਕਮੇਟੀ ਸੰਸਥਾਨ ਚਲਾ ਰਹੀ ਹੈ, ਸ਼੍ਰੋਮਣੀ ਕਮੇਟੀ ਕੋਲ ਇਨਫਰਾਸਟ੍ਰਕਚਰ ਹੈ। ਇਹ ਇਸ ਵਾਸਤੇ ਗੱਲ ਨਹੀਂ ਕੀਤੀ ਜਾਂਦੀ, ਮੈਂ ਰਿਪੀਟ ਕਰਾਂਗਾ, ਕਿਉਂਕਿ ਇਹ ਸਾਰੇ ਸਿੱਖ ਸਮਾਜ ਦੇ ਨੌਜਵਾਨ ਦੇ ਥਾਟ ਪ੍ਰੋਸੈਸ ਦਾ ਨੈਰੇਟਿਵ ਚੇਂਜ ਕਰ ਸਕਦੀ ਹੈ ਗੱਲ। ਬਿਲਕੁਲ। ਔਰ ਉਹ ਨੈਰੇਟਿਵ ਇਸ ਕਦਰ ਚੇਂਜ ਹੋਏਗਾ ਕਿ ਉਹ ਸਵਾਲ ਜਿੱਥੇ ਸ਼੍ਰੋਮਣੀ ਕਮੇਟੀ ਨੂੰ ਪੁੱਛੇ ਜਾਣਗੇ, ਉੱਥੇ ਸਵਾਲ ਇਹਨਾਂ ਪਰ ਵੀ ਆ ਜਾਣਗੇ। ਬਿਲਕੁਲ। ਕਿ ਆਫਟਰ ਲੱਖਾਂ ਡਾਲਰ ਲੈ ਜਾਂਦੇ ਨੇ ਤੁਹਾਡਾ ਸ਼੍ਰੋਮਣੀ ਕਮੇਟੀ ਦਾ, ਤੇ ਫਿਰ ਕੋਈ ਗਵਰਨਮੈਂਟ ਦਾ ਆਡਿਟ ਹੁੰਦਾ, RTI ਪਾ ਕੇ ਸਾਰੀ ਇਨਫੋਰਮੇਸ਼ਨ ਲਈ ਜਾ ਸਕਦੀ ਹੈ ਜੀ ਕਿ ਵੀ ਤੁਸੀਂ ਕਿੱਥੇ ਖਰਚਾ ਕੀ ਕੀਤਾ। ਤੇ ਇਹਨਾਂ ਦਾ ਤਾਂ ਅਜੇ ਤੱਕ ਹਿਸਾਬ ਹੀ ਨਹੀਂ ਆਇਆ ਜਨਤਾ ਦੇ ਸਾਹਮਣੇ। ਸਹੀ ਗੱਲ ਹੈ, ਜਨਤਾ ਦੇ ਸਾਹਮਣੇ ਕੋਈ ਹਿਸਾਬ ਹੀ ਨਹੀਂ ਆਇਆ। ਇਹ ਨਹੀਂ ਚਾਹੁੰਦੇ ਕਿ ਅਸੀਂ ਐਜੂਕੇਸ਼ਨ ਦੀ ਗੱਲ ਕਰਕੇ ਤੇ ਆਪ ਜਮਾਰ ਬਣ ਜਾਈਏ। ਅਗਰ ਕਿਸੇ ਨੇ ਐਕਸੈਪਸ਼ਨਲੀ ਕੋਈ ਸਕੂਲ ਖੋਲਿਆ ਵੀ ਹੋਏਗਾ ਜੀ, ਤੇ ਉਹ ਐਜ਼ ਏ ਪਰਸਨਲ ਬਿਜ਼ਨਸ ਪੁਆਇੰਟ ਆਫ ਵਿਊ ਨਾਲ ਖੋਲਿਆ ਹੋਇਆ, ਤੇ ਮੈਂ ਉਹਦੀ ਗੱਲ ਨਹੀਂ ਕਰਨਾ ਚਾਹੁੰਦਾ। ਬਿਲਕੁਲ ਬਿਲਕੁਲ ਬਿਲਕੁਲ, ਮੈਂ ਉਹਦੀ ਗੱਲ ਨਹੀਂ ਕਰਨਾ ਚਾਹੁੰਦਾ। ਮੈਂ ਇੱਕ ਬ੍ਰੌਡਰ ਸੈਂਸ ਦੀ ਗੱਲ ਕਰਨਾ ਚਾਹੁੰਦਾ ਕਿ ਜੀਣ ਦੀ ਕਲਾ, ਤੁਸੀਂ ਕਹਿੰਦੇ ਹੋ ਕਿ ਜੀਣ ਦੀ ਜਾਂਚ ਸਿੱਖਣੀ ਹੈ, ਜੰਬਾਰ ਬਣਨਾ ਹੈ, ਸੋਹਣਾ ਸਮਾਜ ਬਣਾਉਣਾ। ਸੋਹਣੇ ਸਮਾਜ ਦੇ ਬਣਾਉਣ ਵਿੱਚ ਸਭ ਤੋਂ ਵੱਡਾ ਰੋਲ ਤੇ ਇੱਕ ਐਜੂਕੇਸ਼ਨ ਦਾ ਵੀ ਅੱਜ ਕੱਲ੍ਹ ਹੈ। ਬਿਲਕੁਲ। ਤੇ ਐਜੂਕੇਸ਼ਨ ਦੇ ਵਿੱਚ ਤੁਸੀਂ ਇੱਕ ਡੱਕਾ ਨਹੀਂ ਤੋੜਿਆ ਅੱਜ ਤੱਕ ਕੋਈ। ਜੋ ਸ਼੍ਰੋਮਣੀ ਕਮੇਟੀ ਕੰਮ ਕਰਦੀ ਆਈ ਹੈ ਪਿੱਛੋਂ, ਹੁਣ ਉਹਦੇ ਚ ਨਿਗਾਰ ਆ ਗਿਆ। ਮੈਂ ਤੇ ਕਹਿੰਦਾ ਕਿ ਐਜੂਕੇਸ਼ਨ ਫੀਲਡ ਦੇ ਉੱਪਰ ਸ਼੍ਰੋਮਣੀ ਕਮੇਟੀ ਦੇ ਸਾਰੇ ਬਜਟ ਦੀ ਰੈਗੂਲਰ ਪੜਚੋਲ ਹੋਣੀ ਚਾਹੀਦੀ ਹੈ। ਬਿਲਕੁਲ ਹੋਣੀ ਚਾਹੀਦੀ ਹੈ। ਉਹਦਾ ਕ੍ਰਿਟਿਸਿਜ਼ਮ ਹੋਣਾ ਚਾਹੀਦਾ ਕਿ ਤੁਸੀਂ ਠੀਕ ਤਰ੍ਹਾਂ ਕਿਉਂ ਨਹੀਂ ਇਸ ਨੂੰ ਯੂਜ਼ ਕਰ ਰਹੇ, ਤੁਸੀਂ ਬਜਟਰੀ ਪ੍ਰੋਵੀਜ਼ਨ ਨੂੰ ਪਰ ਈਅਰ ਕਿੰਨਾ ਐਕਸਟੈਂਡ ਕਰ ਰਹੇ ਹੋ, ਇਹ ਸਵਾਲ ਪੁੱਛੇ ਜਾਣੇ ਚਾਹੀਦੇ। ਬਿਲਕੁਲ ਬਿਲਕੁਲ। ਤੁਹਾਡੀ ਸਕੂਲ ਦੀ ਹਾਲਤ ਕੀ ਹੈ, ਟ੍ਰਾਂਸਪੇਰੈਂਸੀ ਕਿੰਨੀ ਹੈ, ਟ੍ਰਾਂਸਪੇਰੈਂਸੀ ਦੇ ਉੱਪਰ। ਜੀ ਜੀ ਜੀ। ਸਾਡੇ ਕਮੇਟੀ ਦੇ ਸਕੂਲ ਜਿਹੜੇ ਰਨ ਬਾय ਆਵਰ ਸ਼੍ਰੋਮਣੀ ਕਮੇਟੀ, ਇਹ ਵਰਲਡ ਪੱਧਰ ਤੇ ਕਿਉਂ ਨਹੀਂ ਬਣਦੇ? ਹੁਣ ਸ਼੍ਰੋਮਣੀ ਕਮੇਟੀ ਪੰਜਾਬੀ ਵੀ ਸਕੂਲ ਚਲਾ ਰਹੀ ਹੈ, ਹਰਿਆਣਾ ਵਿੱਚ ਵੀ ਚਲਾ ਰਹੀ ਹੈ, ਮਹਾਰਾਸ਼ਟਰ ਵਿੱਚ ਵੀ ਚਲਾ ਰਹੀ ਹੈ, ਯੂਪੀ ਵਿੱਚ ਵੀ ਚਲਾ ਰਹੀ ਹੈ। ਬਿਲਕੁਲ ਠੀਕ ਹੈ ਨਾ। ਹੁਣ ਇਹਨਾਂ ਨੂੰ ਪੁੱਛੋ ਇਹ ਕਿੱਥੇ ਕਿੱਥੇ ਚਲਾ ਰਹੇ ਨੇ,
ਬਿਲਕੁਲ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਇਹਨਾਂ ਨੂੰ ਸਰੋਵਰਾਂ ਦੀ ਗੱਲ ਕਰਨੀ ਬਸ ਇੱਥੇ ਤੱਕ, ਮੜੀ ਮਸਾਣੀ ਦੀ ਗੱਲ ਕਰਨੀ ਇੱਥੇ ਤੱਕ, ਉਹ ਗੱਲ ਕਰੋ, ਉਹ ਵੀ ਕਰੋ, ਬਟ ਉਹੀ ਗੱਲ ਤੇ ਨਹੀਂ ਹੈ ਨਾ ਸਿਰਫ। ਇਹ ਤਾਂ ਹੁਣ ਇੱਥੇ ਤੱਕ ਵੀ ਗਿਰ ਗਿਆ ਕਿ ਬੀਬੀਆਂ ਦੇ ਮੇਕਅਪ ਨੂੰ ਜਾ ਕੇ ਦੇਖਣ ਲੱਗ ਜਾਂਦੇ ਕਿ ਕਿਹੜੀ ਬੀਬੀ ਨੇ ਕਿਹੋ ਜਿਹਾ ਮੇਕਅਪ ਕੀਤਾ, ਇਹਨਾਂ ਦੇ ਤੁਸੀਂ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਆਈ ਵਿਲ ਨਾਟ ਇਨਕਲੂਡ एवरीवन ਇਨਟੂ ਦਾ ਬਾਸਕਟ, ਪਰ ਮੈਂ ਇਹ ਗੱਲ ਕਹਿ ਰਿਹਾ ਕਿ ਤੁਸੀਂ ਮੈਕਸਿਮਮ ਸੁਣ ਲਓ। ਪ੍ਰਚਾਰ 'ਚ ਕੀ ਹੁੰਦਾ, ਸ਼ਬਦ ਦੀ ਵਿਚਾਰ ਸ਼ੁਰੂ ਹੁੰਦੀ ਹੈ ਸ਼ੁਰੂ ਤੋਂ, ਲੇਕਿਨ ਵਿੱਚ ਕੀ ਹੁੰਦਾ 40 ਮਿੰਟ ਦੀ ਕਥਾ ਦੇ ਅੱਧਾ ਘੰਟਾ ਕੀ ਹੁੰਦਾ ਕਿ ਸੱਸ ਦੀ ਗੱਲ, ਨੂੰਹ ਦੀ ਗੱਲ, ਸਹੁਰੇ ਦੀ ਗੱਲ, ਦੇਵਰ ਦੀ ਗੱਲ, ਬਸ ਇਹ ਸੁਣਾਉਣ ਜੋਗੇ ਰਹਿ ਗਏ ਗੁਰੂ ਮਹਾਰਾਜ ਦੀ ਹਜ਼ੂਰੀ 'ਚ, ਗੁਰੂ ਦੀ ਵਿਚਾਰ ਵਿੱਚ ਰਹਿ ਜਾਂਦੀ ਹੈ। ਬਿਲਕੁਲ। ਤੇ ਜਿੱਥੇ ਸ਼੍ਰੋਮਣੀ ਕਮੇਟੀ ਨੂੰ ਪਕੜਿਆ ਜਾ ਸਕਦਾ ਉੱਥੇ ਤੇ ਪਕੜਦੇ ਨੇ, ਬਿਲਕੁਲ, ਪਰ ਜਿੱਥੇ ਇੱਕ ਏਰੀਆ ਐਜੂਕੇਸ਼ਨ ਦਾ ਫੀਲਡ ਐਸਾ ਜਿੱਥੇ ਸ਼੍ਰੋਮਣੀ ਕਮੇਟੀ ਨੂੰ ਕਿਉਂ ਨਹੀਂ ਪਕੜਿਆ ਜਾਂਦਾ? ਬਿਲਕੁਲ 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 ਪਕੜਿਆ ਜਾਣਾ ਚਾਹੀਦਾ ਤਾਂ ਕਿ ਸਾਡੇ ਸਮਾਜ ਦੇ ਵਿੱਚ ਇੱਕ ਨੈਰੇਟਿਵ ਚੇਂਜ ਹੋਏ। ਬਿਲਕੁਲ। ਸਵਾਲ ਕਰਨ ਵਾਲਿਆਂ ਨੂੰ ਖੁਦ ਵੀ ਜਮਾਰ ਬਣਨਾ ਪਏ ਕਿ ਬਈ ਸ਼੍ਰੋਮਣੀ ਕਮੇਟੀ ਅਗਰ 238 ਕਰੋੜ ਦਾ ਬਜਟ ਦੇ ਰਹੀ ਹੈ, ਉਹਦੀ ਆਮਦਨ ਬਹੁਤ ਜ਼ਿਆਦਾ, ਪਰ ਉਹਦੇ ਪ੍ਰਪੋਰਸ਼ਨੇਟਲੀ ਜਿੰਨੀ ਆਮਦਨ ਤੁਹਾਡੀ ਹੈ, ਜਿੰਨੇ ਦਾ ਪੈਸੇ ਦਾ ਇਨਫਲਕਸ ਤੁਹਾਡੇ ਅੰਦਰ ਆ, ਗੁਰ ਦੀ ਗੋਲਕ ਆ ਰਹੀ ਹੈ, ਲੋਕ ਤੁਹਾਨੂੰ ਭੇਟਾ ਦਿੰਦੇ, ਉਹਦੇ ਵਿੱਚੋਂ ਉਸ ਪ੍ਰਪੋਰਸ਼ਨ ਦੇ ਮੁਤਾਬਕ ਤੁਸੀਂ ਅੱਜ ਤੱਕ ਕੀ ਕੀਤਾ? ਇਹ ਪੁੱਛਿਆ ਨਾ ਜਦੋਂ ਸਵਾਲ, ਔਰ ਇਹ ਸਵਾਲ ਨਾ ਉੱਠੇ, ਇਸ ਵਾਸਤੇ ਸ਼੍ਰੋਮਣੀ ਕਮੇਟੀ ਦੇ ਐਜੂਕੇਸ਼ਨ ਸੈਕਟਰ ਦੇ ਵਿੱਚ ਕੀਤੀ ਜਾ ਰਹੀ ਕਾਰਗੁਜ਼ਾਰੀ ਦੀ ਆਲੋਚਨਾ, ਉਹਦੀ ਪੜਚੋਲ ਨਹੀਂ ਕੀਤੀ ਜਾਂਦੀ। ਇਹ ਬੈਠੇ ਬੈਠੇ ਕਦੇ ਕੈਨੇਡਾ ਦੀਆਂ ਉਦਾਹਰਨਾਂ, ਕਦੀ ਅਮਰੀਕਾ ਦੀਆਂ ਦੇ ਸੋਹਣੀਆਂ ਸੋਹਣੀਆਂ ਫੋਟੋਆਂ ਪਾ ਕੇ, ਕਦੀ ਕੁੱਤੇ ਪਾਲ ਲਓ, ਕਦੀ ਬੰਦੇ ਪਾਲ ਲਓ, ਕਦੀ ਪਤਾ ਨਹੀਂ ਕਿਹਨੂੰ ਪਾਲ ਲਓ, ਇਹੋ ਜਿਹੀਆਂ ਗੱਲਾਂ ਤਾਂ ਕਹਿ ਸਕਦੇ ਆ, ਲੇਕਿਨ ਕੋਈ ਐਜੂਕੇਸ਼ਨ ਦੇ ਉੱਪਰ ਸਾਡੇ ਬਜ਼ੁਰਗਾਂ ਨੇ ਜਦੋਂ ਸ਼੍ਰੋਮਣੀ ਕਮੇਟੀ ਬਣੀ ਸੀ ਤਾਂ ਕਿੰਨੇ ਵਧੀਆ ਕਾਲਜਸ ਦਿੱਤੇ, ਖਾਲਸਾ ਜਿਹੜੇ ਉਹ ਸੰਸਥਾਵਾਂ ਬਣੀਆਂ ਸੀ, ਖਾਲਸਾ ਐਜੂਕੇਸ਼ਨ ਟਰਸਟ ਜਿਹੜੇ ਬਣੇ ਸੀ, ਦੀਵਾਨ ਚੀਫ ਖਾਲਸਾ ਦੀਵਾਨ ਬਣੇ ਸੀ, ਕਿੰਨੇ ਕਾਲਜਸ ਉਦੋਂ ਚਲਾਏ ਗਏ, ਔਰ ਸਾਡੇ ਬੜੇ ਮਹਾਨ ਲੋਕ ਉਹਨਾਂ ਦੇ ਸੰਸਥਾਵਾਂ ਦੇ ਵਿੱਚੋਂ ਪੜ੍ਹ ਕੇ ਵਿਦਵਾਨ ਬਣੇ ਔਰ ਬਹੁਤ ਮਾਣ ਦਿੱਤਾ ਕੌਮ ਨੂੰ। ਲੇਕਿਨ ਹੁਣ ਜਿਹੜਾ ਪਿਛਲੇ ਕੁਝ ਕੁ ਸਾਲ ਤੋਂ 30-40 ਸਾਲ ਤੋਂ ਮੇਰੇ ਹਿਸਾਬ ਨਾਲ ਜਦੋਂ ਕਿ ਸੰਸਥਾਵਾਂ ਜਵਾਨ ਹੋਈਆਂ ਨੇ, ਉਹ ਜਿੰਨਾ ਇਹ ਸੰਸਥਾਵਾਂ ਜਵਾਨ ਹੋਈ ਜਾ ਰਹੀਆਂ ਨੇ, ਉਹਨਾਂ ਐਜੂਕੇਸ਼ਨ ਦਾ ਜਿਹੜਾ ਪੱਧਰ ਆ ਸਾਡੇ ਸਿੱਖ ਸਮਾਜ ਦੇ ਵਿੱਚ ਡਿੱਗਦਾ ਹੀ ਜਾ ਰਿਹਾ, ਲੋਕ ਜਾ ਰਿਹਾ। ਇਹ ਕਹਿੰਦੇ ਨੇ ਬਈ ਅਸੀਂ, ਸਾਨੂੰ ਜ਼ਿਆਦਾ ਜੀਣ ਦੀ ਜਾਚ ਹੈ, ਅਸੀਂ ਜ਼ਿਆਦਾ ਸਿਆਣੇ ਆ। ਬਈ ਤੁਸੀਂ ਤੇ ਫਿਰ ਉਹਨਾਂ ਲੋਕਾਂ ਨੂੰ ਘੱਟ ਸਿਆਣੇ ਹੋ ਨਾ, ਜਿਹੜੇ ਪੋਲੀਟੀਸ਼ੀਅਨ ਉਹ ਫਿਰ ਬਜਟ ਬਹਿ ਕੇ ਡਿਸਕਸ ਕਰਦੇ ਨੇ ਇੱਕ ਦੂਜੇ ਦੀ ਪਾਰਟੀਆਂ ਦਾ, ਠੀਕ ਹੈ ਨਾ, ਉਹਦੀ ਡਿਸਕਸ਼ਨ ਹੁੰਦੀ ਪ੍ਰੋਪਰ, ਬਈ ਤੁਹਾਡੀ ਡਿਸਕਸ਼ਨ ਤੇ ਕੋਈ ਹੁੰਦੀ ਨਹੀਂ ਹੈ ਜੀ। ਉਹ ਕਿਸੇ ਦੀ ਗੱਡੀ 'ਚ ਪੈਟਰੋਲ ਪੈ ਗਿਆ, ਉਹ ਤੁਹਾਡੇ ਸੇ ਇਸ਼ੂ ਹੈ, ਹੋਣਾ ਵੀ ਚਾਹੀਦਾ, ਹੋਣਾ ਵੀ ਚਾਹੀਦਾ। ਕੋਈ ਪ੍ਰਧਾਨ ਗੱਡੀ ਦੇ ਵਿੱਚ ਪੈਟਰੋਲ ਜ਼ਿਆਦਾ ਖਰਚ ਰਿਹਾ ਤਾਂ ਉਹਦੀ ਪੜਚੋਲ ਹੋਣੀ ਚਾਹੀਦੀ ਵੀ ਕਿਉਂ ਹੈ, ਪੁਆਇੰਟ ਆਊਟ ਕੀਤਾ ਜਾਣਾ ਚਾਹੀਦਾ, ਬੜਾ ਵੈਲਕਮ ਹੈ। ਗਲਤ ਆ ਜੀ, ਬਟ ਸਿਰਫ ਇਹੀ ਕੋਈ ਇਸ਼ੂ ਤੇ ਨਹੀਂ ਹੈ ਨਾ ਜੀ। ਬਈ ਇਸ਼ੂ ਸਿਰਫ ਉਹ ਚੁੱਕਣਾ ਜਿੱਥੇ ਆਪਣੇ ਤੇ ਕੋਈ ਗੱਲ ਨਾ ਆਏ, ਤੇ ਜਿੱਥੇ ਦੇਖ ਰਿਹਾ ਆਪਣੇ ਤੇ ਕੋਈ ਗੱਲ ਆ ਰਹੀ ਹੈ, ਆਪਣੀ ਵੀ ਜ਼ਿੰਮੇਵਾਰ ਬਣਨਾ ਪੈਣਾ, ਉਹਦੇ ਬਾਰੇ ਚੁੱਪੀ ਵੱਟ ਕੇ ਰੱਖੀ, ਇੱਕ ਦਿਨ ਨਹੀਂ ਵੱਟ ਕੇ ਰੱਖੀ, ਸਾਲਾਂ ਦਰ ਸਾਲਾਂ ਤੋਂ ਵੱਟ ਕੇ ਰੱਖੀ ਹੈ। ਬਿਲਕੁਲ ਬਿਲਕੁਲ। ਪਰ ਇੱਕ ਗੱਲ ਇਹ ਵੀ ਹੈ ਪੱਕੀ ਆ ਕਿ ਜਿਹੜੇ ਕਾਲਜ ਜਾਂ ਸੰਸਥਾਵਾਂ ਇਹਨਾਂ ਦੂਜੀਆਂ ਸੰਸਥਾਵਾਂ ਵੱਲੋਂ ਚਲਾਈਆਂ ਜਾ ਰਹੀਆਂ ਨੇ, ਜਿਹੜੇ ਸੋ ਕਾਲਡ ਇਨਕਲਾਬੀ ਨੇ, ਰੈਵੋਲੂਸ਼ਨਰੀ ਨੇ, ਉਹਨਾਂ ਕਾਲਜਸ ਦਾ, ਸਕੂਲਾਂ ਦਾ ਵੀ ਬੜਾ ਮਾੜਾ ਹਾਲ ਆ, ਉਹ ਚੰਗੇ ਨਹੀਂ ਹੈਗੇ ਬਹੁਤੇ ਉਹਨਾਂ ਦੇ ਹਾਲਾਤ। ਇਹ ਮਤਲਬ ਜਿਹੜਾ ਆਮ ਰਵਾਇਤੀ ਸਕੂਲ ਚੱਲਦੇ ਨੇ ਉਹੋ ਜਿਹੇ ਪ੍ਰਬੰਧ ਉੱਥੇ ਉਹਨਾਂ ਦੇ ਵੀ ਹੈਗਾ, ਬਸ ਉਹ ਦਿਖਾਵੇ ਦੀ ਸਿੱਖੀ ਦੇ ਪਤਾ ਨਹੀਂ ਕੀ, ਸਵੇਰੇ ਸਵੇਰੇ ਜਿਵੇਂ ਜਨਗਣ ਮਨਗਣ ਦੀ ਜਗ੍ਹਾ ਇਹ ਥੋੜਾ ਸ਼ਬਦ ਪੜ੍ਹਾ ਦਿੰਦੇ ਹੋਣਗੇ, ਇਹੋ ਜਿਹਾ ਕੁਝ ਕਰਦੇ, ਔਰ ਉੱਥੇ ਕੋਈ ਬਹੁਤਾ ਕੋਈ ਵੀ ਬੰਦਾ ਇਹਨਾਂ ਦੀ ਕਿਸੇ ਵੀ ਐਜੂਕੇਸ਼ਨਲ ਸੰਸਥਾ ਦੇ ਵਿੱਚੋਂ ਪੜ੍ਹ ਕੇ ਕੋਈ ਆਪਾਂ ਨਹੀਂ ਕਹਿ ਸਕਦੇ ਕਿ ਸਿੱਖਾਂ ਨੂੰ ਉਹਨੇ ਮਾਣ ਦਿਵਾਇਆ ਹੋਊਗਾ, ਕੋਈ ਇੱਕ ਐਗਜ਼ਾਮਪਲ ਨਹੀਂ ਹੈਗੀ ਇਹਨਾਂ ਕੋਲ। ਮਾੜਾ ਮੋੜ ਤਾਂ ਕਿਸੇ ਨੂੰ ਸਰੋਪੇ ਦੇਣੇ ਦੇਈ ਜਾਣ। ਦੇਖੋ ਮੈਂ ਇੱਕ ਚੀਜ਼ ਕਹਿਣਾ ਸਰ ਕਿ ਅਗਰ ਅਸੀਂ ਪਿਛਲੇ 100 ਸਾਲ ਤੋਂ ਲਈਏ ਤੇ 100 ਸਾਲ ਤੋਂ ਅੱਜ ਤੱਕ ਲੈ ਕੇ ਅਗਰ ਅਸੀਂ ਸਾਰੇ ਸਕੂਲਾਂ ਦੀ, ਸ਼੍ਰੋਮਣੀ ਕਮੇਟੀ ਦੇ ਸਕੂਲਾਂ ਦੀ, ਕਾਲਜਸ ਦੀ ਜਾਂ ਯੂਨੀਵਰਸਿਟੀਜ਼ ਦੀ ਜਾਂ ਮੈਡੀਕਲ ਕਾਲਜਸ ਦੀ ਗੱਲ ਕਰੀਏ ਜੀ, ਤੇ ਲੱਖਾਂ ਦੀ ਤਾਦਾਦ ਵਿੱਚ ਬੱਚੇ ਪੜ੍ਹ ਕੇ ਨਿਕਲੇ ਹੀ ਹੋਣਗੇ ਉੱਥੋਂ। ਬਿਲਕੁਲ। ਅਸੀਂ ਕਹਿ ਸਕਦੇ ਹਾਂ ਕਿ ਬੱਚਿਆਂ ਦਾ ਅੱਜ ਸਟੈਂਡਰਡ ਘਟ ਗਿਆ ਜਾਂ ਠੀਕ ਤਰ੍ਹਾਂ ਨਹੀਂ ਚਲਾਏ ਜਾ ਰਹੇ, ਬਟ ਐਜ਼ ਅ ਮੈਟਰ ਆਫ ਫੈਕਟ ਕੋਈ ਚੀਜ਼ ਤੋਂ ਇਨਕਾਰ ਤੇ ਅਸੀਂ ਕਰ ਨਹੀਂ ਸਕਦੇ ਕਿ ਉੱਥੋਂ ਸਟੂਡੈਂਟ ਪੜ੍ਹ ਕੇ ਨਹੀਂ ਨਿਕਲੇ ਹੋਣੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿਹੜੀ ਆਪਣੀ ਆ, ਉੱਥੋਂ ਕਿਆ ਸਟੂਡੈਂਟ ਪੜ੍ਹ ਕੇ ਨਹੀਂ ਨਿਕਲੇ ਹੋਣਗੇ? ਮੈਡੀਕਲ ਕਾਲਜ ਜਿਹੜੇ ਚਲਾ ਰਹੇ ਉੱਥੋਂ ਡਾਕਟਰ ਨਹੀਂ ਬਣ ਰਹੇ ਨੇ। ਇਹਨਾਂ ਦੇ ਦੀਵਾਨਾਂ ਵਿੱਚ ਸਵਾਏ ਨੌਜਵਾਨ ਚਿਮਟਾ ਵਜਾਣ ਤੋਂ ਕੀ ਕਰ ਰਹੇ ਨੇ? ਬਿਲਕੁਲ ਸਹੀ ਗੱਲ ਹੈ। ਉਹ ਕੈਰੀਅਰ ਹੈ ਉਹਨਾਂ ਦਾ, ਕਿਆ ਉਹਨਾਂ ਦੇ ਬੱਚੇ ਕੋਈ ਡਾਕਟਰ ਬਣੇ? ਬਿਲਕੁਲ ਠੀਕ ਹੈ ਨਾ। ਕਿਆ ਇਹਨਾਂ ਨੇ ਐਸਾ ਪ੍ਰਬੰਧ ਕੀਤਾ ਕਿ ਬਈ ਉਹਨਾਂ ਨੂੰ ਐਜੂਕੇਸ਼ਨ, ਮੈਂ ਨਟਸ਼ੈਲ ਇਹ ਹੈ ਮੇਰੀ ਗੱਲ ਦਾ ਕਿ ਮੈਂ ਇਹ ਚਾਹੁੰਦਾ ਕਿ ਮੇਰੀ ਜਿਹੜੀ ਸੋਚ ਹੈ
ਜੋ ਮੇਰੀ ਅੰਡਰਸਟੈਂਡਿੰਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਐਜੂਕੇਸ਼ਨ ਦੇ ਬਜਟ ਦੇ ਉੱਪਰ ਧਿਆਨ ਰੱਖਦੇ ਹੋਏ ਸ਼੍ਰੋਮਣੀ ਕਮੇਟੀ ਤੋਂ ਰਨ ਕੀਤੇ ਜਾ ਰਹੇ ਕਾਲਜਿਸ ਹੋਣ, ਸਕੂਲਸ ਹੋਣ ਜਾਂ ਟਰਸਟ ਹੋਣ ਜਾਂ ਯੂਨੀਵਰਸਿਟੀਜ਼ ਹੋਣ, ਉਹਨਾਂ ਦੇ ਉੱਪਰ ਪੈਣੀ ਨਿਗਾਹ ਰੱਖਣ ਦੀ ਲੋੜ ਹੈ। ਉਹਨਾਂ ਦੇ ਵਿੱਚ ਉਸਾਰੂ ਸੁਝਾਅ ਦੇਣ ਦੀ ਲੋੜ ਹੈ, ਉਹਨਾਂ ਦਾ ਇੱਕ ਉਸਾਰੂ ਕ੍ਰਿਟਿਸਿਜ਼ਮ ਕਰਨ ਦੀ ਲੋੜ ਹੈ, ਔਰ ਪ੍ਰਚਾਰਕ ਸ਼੍ਰੇਣੀ ਵੱਲੋਂ ਕ੍ਰਿਟਿਸਿਜ਼ਮ ਆਉਣਾ ਚਾਹੀਦਾ। ਉਸ ਪ੍ਰਚਾਰਕ ਸ਼੍ਰੇਣੀ ਵੱਲੋਂ ਜਿਹੜੇ ਆਰਗੇਨਾਈਜ਼ਡ ਵੇ ਨਾਲ ਖੁਦ ਲੱਖਾਂ ਡਾਲਰ ਐਕੂਮੂਲੇਟ ਕਰ ਰਹੇ ਨੇ ਪਰ ਈਅਰ ਜੀ, ਠੀਕ ਹੈ ਨਾ। ਅਗਰ ਉਹ ਸਮਾਜ ਚੰਗਾ ਬਣਾਉਣਾ ਚਾਹੁੰਦੇ ਨੇ ਤੇ ਮੈਂ ਫਿਰ ਇਹ ਕਹਾਂਗਾ ਕਿ ਕਮੇਟੀ ਦਾ ਬਜਟ ਦੇ ਮੁਕਾਬਲੇ ਉਹਨਾਂ ਦਾ ਬਜਟ ਨਹੀਂ ਹੈ, ਇਹ ਮੈਂ ਗੱਲ ਮੰਨਦਾ, ਬਟ ਉਹਦੇ ਪ੍ਰਪੋਰਸ਼ਨੇਟਲੀ ਜਿੰਨਾ ਕਮੇਟੀ ਅਗਰ 238 ਕਰੋੜ ਖਰਚ ਰਹੀ ਹੈ ਤੇ ਕਿਆ ਇਹ 38 ਕਰੋੜ ਵੀ ਖਰਚ ਰਹੇ ਨੇ? ਬਿਲਕੁਲ। ਕਿਆ ਸਾਰੇ ਰਲ ਕੇ ਇਹਨਾਂ ਨੇ 38 ਕਰੋੜ ਕਦੇ ਐਜੂਕੇਸ਼ਨ ਦੇ ਉੱਪਰ ਖਰਚਿਆ? ਉਹਨਾਂ ਦੇ ਪਿੱਛੇ ਸੰਗਤ ਵੀ ਹੈਗੀ ਆ, ਉਹਦਾ ਜੇ ਚਾਹਣ ਤਾਂ ਬਹੁਤ ਕੁਝ ਇਕੱਠਾ ਕਰ ਸਕਦੇ ਆ। ਇੱਕ ਭਾਈ ਸਾਹਿਬ ਤਾਂ ਬੋਲ ਵੀ ਰਹੇ ਸੀ ਪਿੱਛੇ ਜੇ ਦੀਵਾਨ ਦੇ ਵਿੱਚ ਕਿ ਜਿੰਨੀ ਇੱਥੇ ਸੰਗਤ ਬੈਠੀ ਹੈ, ਜੇ ਮੈਂ ਚਾਹਾਂ 5-5 ਹਜ਼ਾਰ ਰੁਪਇਆ ਲੈ ਕੇ ਤੇ 50 ਲੱਖ ਰੁਪਇਆ ਇਮੀਡੀਏਟਲੀ ਇਕੱਠਾ ਕਰ ਸਕਦਾ ਹੁਣੇ। ਤਾਂ ਜੇ 15 ਮਿੰਟ 'ਚ 50 ਲੱਖ ਰੁਪਇਆ ਇਕੱਠਾ ਹੋ ਸਕਦਾ ਆ ਤਾਂ ਕਰੋੜਾਂ ਰੁਪਏ ਵੀ ਇਕੱਠੇ ਹੋ ਸਕਦੇ ਆ ਕੋਈ ਐਜੂਕੇਸ਼ਨਲ ਇੰਸਟੀਟਿਊਸ਼ਨ ਬਣਾਉਣ ਲਈ, ਜਿਹਦੇ ਨਾਲ ਸਾਡੀ ਕੌਮ ਨੂੰ ਕੋਈ ਫਾਇਦਾ ਹੋਵੇ। ਦੇਖੋ, ਅਗਰ ਇਹ ਐਜੂਕੇਸ਼ਨਲ ਇੰਸਟੀਟਿਊਸ਼ਨ ਅਗਰ ਕਿਸੇ ਨੇ ਇੱਕ ਅੱਧਾ ਕੋ ਬਣਾਇਆ ਹੋਏਗਾ, ਅਗਰ ਉਹਨੇ ਬਿਜ਼ਨਸ ਪਰਪਸ ਬਣਾਇਆ ਤੇ ਉਹਨੂੰ ਅਸੀਂ ਇਸ ਕੈਟਾਗਰੀ 'ਚ ਨਹੀਂ ਪਾ ਸਕਦੇ। ਬਿਲਕੁਲ। ਕਮੇਟੀ ਸ਼੍ਰੋਮਣੀ ਕਮੇਟੀ ਹੈ, ਮੈਂ ਦੁਬਾਰਾ ਕਹਾਂਗਾ, ਇਟ ਬਿਲੋਂਗਸ ਟੂ ਸਿੱਖ। ਇਹ ਆਪਣੀ ਪਾਵਰ ਡਰਾਈਵ ਕਰਦੀ ਹੈ ਵੋਟਾਂ ਤੋਂ। ਬਿਲਕੁਲ। ਤੇ ਉਹ ਇੱਕ ਡੈਮੋਕ੍ਰੈਟਿਕ ਪ੍ਰੋਸੈਸ ਹੈ ਜੀ। ਜਿਹੜੇ 1925 ਦਾ ਐਕਟ ਬਣਿਆ, ਉਸ ਤੋਂ ਬਾਅਦ ਸਾਡਾ ਸੰਵਿਧਾਨ ਬਣਿਆ ਜੀ, ਜਿਹੜਾ 1949-50 ਵਿੱਚ ਲਾਗੂ ਹੋਇਆ। ਉਸ ਸੰਵਿਧਾਨ ਨੇ ਵੀ ਉਹ ਪੁਰਾਣੇ ਐਕਟਸ ਨੂੰ ਸਤਿਕਾਰ ਦੇ ਕੇ ਕਾਇਮ ਰੱਖਿਆ ਜੀ, ਠੀਕ ਹੈ ਨਾ। ਉਹ ਐਕਟਸ ਜਿਹੜੇ ਨਾ ਐਬੋਲਿਸ਼ ਨਹੀਂ ਕੀਤੇ ਗਏ, ਉਹ ਕਨਸਟੀਟਿਊਸ਼ਨਲੀ ਅਡਾਪਟ ਕੀਤੇ ਗਏ, ਬਿਕੋਜ਼ ਉਹ ਇੱਕ ਡੈਮੋਕ੍ਰੈਟਿਕ ਪ੍ਰੋਸੈਸ ਸੀਗਾ ਜਿਹਦੇ ਨਾਲ ਸੰਗਤ, ਜਿਹੜਾ ਗੁਰਦੁਆਰਾ ਪ੍ਰਬੰਧ ਇੱਕ ਡੈਮੋਕ੍ਰੈਟਿਕ ਪ੍ਰੋਸੈਸ ਨਾਲ ਜਿਹੜੀ ਸੰਗਤ ਚੁਣਦੀ ਹੈ ਆਪਣਾ। ਉਹ ਇਹ ਥੋੜੀ ਸੀ ਕਿ ਇੱਕ ਉਤਰਿਆ ਤੇ ਦੂਜਾ ਬਹਿ ਗਿਆ ਮਰਜ਼ੀ ਨਾਲ, ਜਾਂ ਇੱਕ ਜਿਹੜਾ ਬੈਠਾ ਉਹ ਕੋਈ ਹਿਸਾਬ ਹੀ ਨਹੀਂ ਦਿੰਦਾ ਕਿਸੇ ਨੂੰ। ਜਾਂ ਕਾਲਜਿਸ ਜਿਹੜੇ ਨੂੰ ਕਾਲਜਿਸ ਚਲਾ ਰਹੇ ਨੇ ਉਹ ਵੈਸੇ ਤੇ ਸ਼੍ਰੋਮਣੀ ਕਮੇਟੀ ਦਾ, ਹੁਣ ਇੱਕ ਸਾਡੇ ਬਣਿਆ ਇੱਥੇ ਆਰਗੇਨਾਈਜੇਸ਼ਨ ਬਣੀ ਹੈ ਸਾਰੇ ਪ੍ਰਚਾਰਕ ਸੰਸਥਾਨ ਦੀ ਮਿਲ ਕੇ, ਉਹ ਸ਼੍ਰੋਮਣੀ ਕਮੇਟੀ ਦਾ ਕ੍ਰਿਟਿਸਿਜ਼ਮ ਕਰਦੀ ਹੈ। ਕਰਨਾ ਚਾਹੀਦਾ ਉਹਨੂੰ, ਉਸ ਆਰਗੇਨਾਈਜੇਸ਼ਨ ਨੂੰ ਚਾਹੀਦਾ ਕਿ ਉਹ ਐਜੂਕੇਸ਼ਨ ਸੈਕਟਰ ਦੇ ਕ੍ਰਿਟਿਸਿਜ਼ਮ ਨੂੰ ਇਨਕਲੂਡ ਕਰੇ, ਕਿਉਂਕਿ ਐਜੂਕੇਸ਼ਨ ਸੈਕਟਰ ਦੇ ਕ੍ਰਿਟਿਸਿਜ਼ਮ ਨੂੰ ਇਨਕਲੂਡ ਕਰਨ ਨਾਲ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਵੀ ਆ ਜਾਏਗੀ ਸਾਹਮਣੇ, ਲੋਕ ਸਵਾਲ ਕਰਨਗੇ ਉਹਨਾਂ ਨੂੰ ਜੀ। ਹਾਂਜੀ, ਇੱਕ ਸਵਾਲ ਹੋਰ ਬਣਦਾ ਕਿ ਸ਼੍ਰੋਮਣੀ ਕਮੇਟੀ ਦਾ ਜਿੰਨਾ ਪੱਖਾਂ ਤੋਂ ਵੀ ਹੁਣ ਤੱਕ ਕ੍ਰਿਟਿਸਿਜ਼ਮ ਹੋਇਆ, ਉਹਦੇ ਵਿੱਚ ਵੀ ਕੋਈ ਬਹੁਤਾ ਸੁਧਾਰ ਨਹੀਂ ਕੀਤਾ ਐਸਜੀਪੀਸੀ ਨੇ। ਤਾਂ ਕੀ ਇੱਕ ਸਿੰਪਲ ਜਿਹਾ ਸਵਾਲ ਆ ਕਿ ਜੇ ਇਹ ਲੋਕ ਸਾਰੇ ਮਿਲ ਕੇ ਐਸਜੀਪੀਸੀ ਦਾ ਐਜੂਕੇਸ਼ਨਲ ਤੌਰ ਤੇ ਕ੍ਰਿਟਿਸਿਜ਼ਮ ਕਰ ਲੈਣ ਤਾਂ ਕੋਈ ਤੁਹਾਨੂੰ ਉਮੀਦ ਜਾਪਦੀ ਹੈ ਕਿ ਉਹਦਾ ਕੋਈ ਸੁਧਾਰ ਹੋਣ ਦੀ ਆਸ ਲੱਗਦੀ ਹੋਵੇ? ਬਿਲਕੁਲ। ਉਹ ਇੱਕ ਐਸਾ ਫੀਲਡ ਹੈ ਐਜੂਕੇਸ਼ਨ ਦਾ ਜਿਹੜਾ ਸੰਗਤ ਦੇ ਹਰ ਬੰਦੇ ਨੂੰ ਅਟਰੈਕਟ ਕਰ ਸਕਦਾ ਜੀ। ਅਟਰੈਕਟ, ਇੱਕ ਤੇ ਸਾਰਿਆਂ ਨੂੰ ਨੌਲੇਜ ਹੋ ਜਾਏਗੀ ਜੀ ਕਿ ਹਾਂ ਸ਼੍ਰੋਮਣੀ ਕਮੇਟੀ ਇਹ ਕੰਮ ਕਰ ਰਹੀ ਹੈ ਪਰ ਠੀਕ ਨਹੀਂ ਕਰ ਰਹੀ। ਗੱਲ ਇੱਥੇ ਆ ਕੇ ਸਟੈਂਡ ਕਰੇਗੀ ਨਾ ਕਿ ਇੰਨਾ ਵੱਡਾ ਬਜਟ ਸ਼੍ਰੋਮਣੀ ਕਮੇਟੀ ਯੂਜ਼ ਕਰ ਰਹੀ ਹੈ ਪਰ ਠੀਕ ਨਹੀਂ ਕਰ ਰਹੀ ਜੀ, ਕਿਉਂਕਿ ਉਹਦੇ ਚ 20-30% ਦੀ ਕਮੀ ਹੈ, ਠੀਕ ਹੈ ਨਾ। ਉਹਨੂੰ ਠੀਕ ਕੀਤਾ ਜਾਣਾ ਚਾਹੀਦਾ। ਜਿੱਥੇ ਇਹ ਨੈਰੇਟਿਵ ਚੇਂਜ ਹੋਏਗਾ, every youngster will get attract towards that kind of criticism ਜੀ। ਉਹ ਕ੍ਰਿਟਿਸਿਜ਼ਮ ਕੀ ਕਰੇਗਾ? ਉਹ ਇੱਕ ਨੈਰੇਟਿਵ ਨੂੰ ਚੇਂਜ ਕਰੇਗਾ ਜੀ। ਉਹ ਨੈਰੇਟਿਵ ਨੂੰ ਚੇਂਜ ਕਰੇਗਾ ਕਿ ਬਈ ਜਿਹੜੇ ਇਹ ਕ੍ਰਿਟਿਸਿਜ਼ਮ ਕਰਨ ਵਾਲੇ ਲੋਕ ਨੇ, ਅਗਰ ਇਹ ਵੀ ਲੱਖਾਂ ਡਾਲਰ ਆਪੂ ਕਮਾ ਰਹੇ ਤੇ ਇਹ ਕਿਉਂ ਨਹੀਂ ਐਜੂਕੇਸ਼ਨ ਤੇ ਲਾ ਰਹੇ? ਸੋ ਸੰਗਤ ਦਾ ਪੈਸਾ ਚਾਹੇ ਸ਼੍ਰੋਮਣੀ ਕਮੇਟੀ ਚ ਆ ਰਿਹਾ, ਜਾਂ ਸੰਗਤ ਦਾ ਪੈਸਾ ਕਾਲਜ ਵਿੱਚ ਜਾ ਰਿਹਾ, ਜਾਂ ਸੰਗਤ ਦਾ ਪੈਸਾ ਕਿਸੇ ਇੱਕ ਭਾਈ ਕੋਲ ਜਾ ਰਿਹਾ, ਜਾਂ ਕਿਸੇ ਡੇਰੇਦਾਰ ਕੋਲ ਜਾ ਰਿਹਾ, ਉਹ ਸਾਰੇ ਦੇ ਉੱਪਰ ਇੱਕ ਯੰਗਰ ਜਨਰੇਸ਼ਨ ਦੀ ਐਕਸਪੈਕਟੇਸ਼ਨਸ ਬਣ ਜਾਣਗੀਆਂ ਬਈ ਇਹ ਸਾਰਾ ਪੈਸਾ ਸੰਗਤ ਦਾ ਪੈਸਾ, ਗੁਰੂ ਦਾ ਪੈਸਾ ਹੈ। ਬਿਲਕੁਲ ਬਿਲਕੁਲ। ਇਹ ਗੁਰੂ ਦਾ ਪੈਸਾ, ਚਾਹੇ ਸ਼੍ਰੋਮਣੀ ਕਮੇਟੀ ਹੋਏ ਜਾਂ ਕੋਈ ਭਾਈ ਹੋਏ ਜਾਂ ਕੋਈ ਡੇਰੇ ਦਾ ਹੋਏ ਜਾਂ ਕਾਲਜਿਸ ਹੋਣ, ਇਹ ਵੀ ਹਿਸਾਬ ਦੇਣ ਕਿ ਆਪਣੇ ਪੈਸੇ ਦੇ ਵਿੱਚੋਂ ਕਿੰਨਾ ਪੈਸਾ ਐਜੂਕੇਸ਼ਨ ਤੇ ਖਰਚ ਕਰ ਰਹੇ ਹੋ। ਬਿਲਕੁਲ। ਐਜੂਕੇਸ਼ਨ ਦਾ ਮਤਲਬ ਇਹ ਨਹੀਂ ਨਾ ਕਿ ਸਿਰਫ ਆਪਣੇ ਊੜਾ ਆਇਆ ਪੜਾਣਾ, ਸਿਰਫ ਇਹ ਨਹੀਂ ਨਾ ਕਹਿ ਕੇ ਪੱਲਾ ਛੜਾਇਆ ਜਾ ਸਕਦਾ। ਇਹ ਤੇ ਸ਼੍ਰੋਮਣੀ ਕਮੇਟੀ ਵੀ ਕਰ ਸਕਦੀ ਹੈ ਕਿ ਸਿਰਫ ਊੜਾ ਆਲਾ ਹੀ ਪੜਾਈ ਹੈ ਜੀ। ਬਟ ਉਹਨਾਂ ਨੇ ਕਾਲਜਿਸ ਖੋਲੇ, ਜਿਹੜੇ ਕਮੇਟੀ ਜਿਹਨਾਂ ਨੇ ਬਣਾਈ ਸੀ ਉਹਨਾਂ ਨੇ ਕਾਲਜ ਖੋਲੇ, ਅੱਜ ਉਹ ਪੁੱਜ ਕੇ ਯੂਨੀਵਰਸਿਟੀਆਂ ਤੱਕ ਪੁੱਜ ਗਏ। ਅੱਜ ਉਹ ਇਤਨਾ ਵੱਡਾ ਇਨਫਰਾਸਟ੍ਰਕਚਰ ਬਣ ਗਿਆ, ਉਹਦੇ ਵਿੱਚ ਨਿਗਾਰ ਹੈ, ਉਹਨੂੰ ਠੀਕ ਕਰੋ, ਉਹਦੇ ਬਾਰੇ ਕ੍ਰਿਟਿਸਿਜ਼ਮ ਕਰੋ। ਬਜ਼ੁਰਗਾਂ ਦੀ ਦੇਣ ਸੀ ਸਾਡਿਆਂ ਦੀ। ਸੋ
ਜੰਮੂ ਸਾਹਿਬ ਤੁਹਾਡਾ ਧੰਨਵਾਦ ਆ। ਇਹ ਬੜਾ ਵਧੀਆ ਤੁਸੀਂ ਇੱਕ ਨੈਰੇਟਿਵ ਦੇਣ ਦੀ ਕੋਸ਼ਿਸ਼ ਕੀਤੀ ਹੈ, ਜਿਹਦੇ ਨਾਲ ਉਮੀਦ ਆ ਕਿ ਜੇ ਲੋਕ ਸਮਝ ਜਾਣ ਤਾਂ ਇਸ ਪਾਸੇ ਨੂੰ ਜਾਣ ਦੀ ਕੋਸ਼ਿਸ਼ ਕਰਨ, ਕਿਉਂਕਿ ਐਜੂਕੇਸ਼ਨ ਤੋਂ ਬਿਨਾਂ ਕੁਝ ਨਹੀਂ ਹੋਣਾ। ਜੇ ਸਾਡੇ ਨੌਜਵਾਨ ਪੀੜ੍ਹੀ ਵੀ ਬਾਹਰ ਜਾ ਰਹੀ ਹੈ ਪੜ੍ਹਾਈ ਵਾਸਤੇ ਜਾਂ ਹੋਰ ਕੰਮਾਂ ਕਾਰਾਂ ਵਾਸਤੇ, ਤਾਂ ਇਸੇ ਚੱਕਰ ਦੇ ਵਿੱਚ ਹੀ ਜਾ ਰਹੀ ਹੈ ਕਿ ਉੱਥੇ ਪ੍ਰਬੰਧ ਵਧੀਆ ਨੇ, ਇਨਫਰਾਸਟ੍ਰਕਚਰ ਵਧੀਆ। ਜੇ ਉਹੀ ਇਨਫਰਾਸਟ੍ਰਕਚਰ ਅਸੀਂ ਰਲ ਮਿਲ ਕੇ ਇੱਥੇ ਵੀ ਵਧੀਆ ਕਰ ਸਕਦੇ ਹਾਂ, ਸਿਰਫ ਕਰਨ ਦੀ ਨੀਅਤ ਹੋਣੀ ਚਾਹੀਦੀ ਹੈ। ਸੋ ਨੀਅਤ ਮੈਨੂੰ ਨਹੀਂ ਲੱਗਦਾ ਵੀ ਜਿਹੜੇ ਐਸਜੀਪੀਸੀ ਦੇ ਵਿਰੋਧੀ ਵੀ ਨੇ ਉਹਨਾਂ ਦੀ ਨੀਅਤ ਵੀ ਠੀਕ ਨਹੀਂ ਜਾਪਦੀ, ਔਰ ਸ਼੍ਰੋਮਣੀ ਕਮੇਟੀ ਦੀ ਨੀਅਤ ਦੇ ਉੱਪਰ ਤਾਂ ਵੈਸੇ ਹੀ ਸ਼ੱਕ ਕੀਤਾ ਜਾ ਸਕਦਾ ਹੈ, ਔਰ ਸ਼ੱਕ ਕੀਤਾ ਜਾ ਵੀ ਰਿਹਾ। ਸੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਦੋਵੇਂ ਧਿਰਾਂ ਆਪੋ ਆਪਣੇ ਥਾਂ ਦੇ ਉੱਪਰ, ਆਪੋ ਆਪਣੀ ਪੋਜੀਸ਼ਨ ਦੇ ਉੱਪਰ ਕਿਤੇ ਨਾ ਕਿਤੇ ਜ਼ਿੰਮੇਵਾਰ ਨੇ ਸਿੱਖੀ ਦੇ ਵਿੱਚ ਨਿਗਾਰ ਲੈ ਕੇ ਆਉਣ ਲਈ, ਕਿਉਂਕਿ ਕੋਈ ਵੀ ਸਿਆਣੀ ਗੱਲ ਇਹਨਾਂ ਨੇ ਨਾ ਕਰਨ ਦੀ ਸਹੁੰ ਚੁੱਕੀ ਹੋਈ ਆ, ਸੁਖਣਾ ਸੁੱਖੀ ਹੋਈ ਆ ਵੀ ਚੰਗੀ ਗੱਲ ਤਾਂ ਕਰਨੀ ਨਹੀਂ ਹੈ, ਸਿਵਾਏ ਪੱਗਾਂ ਲਾਉਣ ਦੇ। ਜਾਂ ਵੈਸੇ ਇੱਕ ਭਾਈ ਬੈਠਾ ਹੋਊਗਾ ਸਟੇਜ ਤੇ 50 ਫੁੱਟ ਦੂਰ ਬੀਬੀਆਂ ਤੋਂ, ਤੇ ਉਹ ਮੇਕਅਪ ਦੇਖ ਲੈਂਦਾ ਉੱਤੇ ਬੈਠਾ ਬੈਠਾ ਹੀ। ਤੇ ਇਹੋ ਜਿਹੇ ਪਤਾ ਨਹੀਂ ਇਹਨਾਂ ਦੇ ਮਨ ਦੇ ਵਿੱਚ ਕੀ ਚੱਲਦਾ ਵੀ ਕਾਂਟੇ ਪਾਏ ਆ, ਮੁੰਦਰੀਆਂ ਪਾਈਆਂ ਤੇ ਹਨਾ ਨਿੱਕੀਆਂ ਨਿੱਕੀਆਂ ਗੱਲਾਂ ਲੈ ਕੇ ਬੈਠੇ ਰਹਿਣਗੇ। ਤੇ ਇਹੋ ਜਿਹੇ ਕੌਮ ਨੂੰ, ਸਾਡੀ ਨੂੰ ਉਸ ਪੁੱਠੇ ਪਾਸੇ ਲਾਇਆ ਹੋਇਆ। ਐਜੂਕੇਸ਼ਨ ਜਦੋਂ ਤੱਕ ਨਹੀਂ ਹੁੰਦੀ ਉਦੋਂ ਤੱਕ ਸਾਡੀ ਕੋਈ ਗੱਲ ਨਹੀਂ ਬਣਨੀ। ਸੋ ਜੰਮੂ ਸਾਹਿਬ, ਜੇ ਤੁਸੀਂ ਆਖਰ ਦੇ ਵਿੱਚ ਕੁਝ ਕਹਿਣਾ ਆ ਤਾਂ ਤੁਹਾਨੂੰ ਤੁਸੀਂ ਕਹਿ ਸਕਦੇ ਹੋ। ਮੈਂ ਇਹੀ ਨਾ ਪ੍ਰਚਾਰਕ ਸੰਸਥਾਨਾਂ ਨੂੰ ਬੇਨਤੀ ਕਰਾਂਗਾ ਕਿ ਸ਼੍ਰੋਮਣੀ ਕਮੇਟੀ ਦੀ ਬਣਦੀ ਕ੍ਰਿਟਿਸਿਜ਼ਮ, ਜਿੱਥੇ ਤੁਹਾਨੂੰ ਦੱਸਦਾ ਕਿ ਉਹ ਗਲਤ ਕਰ ਰਹੇ ਨੇ, ਉਹ ਕ੍ਰਿਟਿਸਿਜ਼ਮ ਕਰੋ ਜੀ। ਲੇਕਿਨ ਜਿਹੜਾ ਸਭ ਤੋਂ ਇੰਪੋਰਟੈਂਟ ਪੁਆਇੰਟ ਹੈ, ਐਜੂਕੇਸ਼ਨ ਫੀਲਡ ਦੇ ਉੱਪਰ ਸਾਡੇ ਜਿਹੜੇ ਪੁਰਖਿਆਂ ਦੀ ਉਮੀਦ ਸੀ ਜੀ ਕਿ ਉਹ ਸਮਾਜ ਨੂੰ ਚੰਗਾ ਬਣਾਉਣਾ ਸੀ, ਉਹਨਾਂ ਨੇ ਅੱਜ ਤੋਂ 100 ਸਾਲ ਪਹਿਲੇ ਜਾਂ 75 ਸਾਲ ਪਹਿਲੇ ਸਟੈਪ ਲੈ ਲਏ ਸੀਗੇ ਜੀ। ਔਰ ਉਹ ਜਿਹੜਾ ਅੱਜ ਦੇ ਤੱਕ ਜਿਹੜਾ ਪ੍ਰੋਗਰਾਮ ਚੱਲ ਰਿਹਾ, ਸ਼੍ਰੋਮਣੀ ਕਮੇਟੀ ਜਿਹੜੀ ਚਲਾ ਰਹੀ ਹੈ, ਉਹਦੇ ਵਿੱਚ ਆਏ ਨਿਗਾਰ ਦੀ ਗੱਲ ਜ਼ੋਰ ਸ਼ੋਰ ਨਾਲ ਕੀਤੀ ਜਾਏ ਜੀ। ਔਰ ਉਹਦੇ ਵਿੱਚ ਇਸ ਚੀਜ਼ ਤੋਂ ਨਾ ਡਰਿਆ ਜਾਏ ਕਿ ਬਈ ਅਗਰ ਅਸੀਂ ਕਮੇਟੀ ਦੇ ਐਜੂਕੇਸ਼ਨ ਸਿਸਟਮ ਦੀ ਗੱਲ ਕਰਾਂਗੇ ਤੇ ਕੱਲ ਨੂੰ ਸਾਨੂੰ ਸਵਾਲ ਆਏਗਾ ਵੀ ਤੁਸੀਂ ਐਜੂਕੇਸ਼ਨ ਦੇ ਵਿੱਚ ਅੱਜ ਤੱਕ ਕੀ ਕੀਤਾ। ਬਿਲਕੁਲ, ਤੁਸੀਂ ਵੀ ਤੇ ਸੰਗਤ ਕੋ ਪੈਸਾ ਲੈ ਰਹੇ ਹੋ। ਬਿਲਕੁਲ, ਅਗਰ ਇਮਾਨਤ ਦਿਆਨਤਦਾਰੀ ਹੈ, ਸਮਝਦਾਰੀ ਹੈ, ਤੇ ਉਹਦੇ ਵਿੱਚ ਇਸ ਚੀਜ਼, ਇਹਨਾਂ ਸਵਾਲਾਂ ਤੋਂ ਨਹੀਂ ਘਬਰਾਉਣਾ ਚਾਹੀਦਾ, ਔਰ ਇਹਨਾਂ ਨੂੰ ਵੀ ਐਜੂਕੇਸ਼ਨ ਦੇ ਉੱਪਰ ਪ੍ਰੋਗਰਾਮ ਸਟਾਰਟ ਕਰਨੇ ਚਾਹੀਦੇ। ਨਾਲੇ ਕੱਲਾ ਕ੍ਰਿਟਿਸਿਜ਼ਮ ਨਾ ਹੋਵੇ, ਪੈਰਲਲ ਸਾਨੂੰ ਸੋਲੂਸ਼ਨ ਵੀ ਦੇਣੇ ਪੈਣਗੇ ਨਾ। ਪਹਿਲਾਂ ਦੇਖੋ ਅੱਜ ਗਵਰਨਮੈਂਟ ਦਾ ਕ੍ਰਿਟਿਸਿਜ਼ਮ, ਅੱਜ ਦੇਖੋ ਇਹਨਾਂ ਦਾ ਕ੍ਰਿਟਿਸਿਜ਼ਮ ਕੀ ਹੈ। ਜਿਹੜੀ ਤੁਸੀਂ ਗੱਲ ਕੀਤੀ ਕਿ ਕੁਝ ਬੰਦੇ ਸ਼੍ਰੋਮਣੀ ਕਮੇਟੀ ਭੰਗ ਕਰਨ ਦੀ ਗੱਲ ਕਰਦੇ, ਬਿਲਕੁਲ। ਹੁਣ ਕੋਈ ਬੰਦਾ ਉੱਠ ਕੇ ਅੱਜ ਕਹੇਗਾ ਜੀ ਹਿੰਦੁਸਤਾਨ ਦੀ ਸਰਕਾਰ ਭੰਗ ਕਰਦੇ ਹੋ, ਕਨਸਟੀਟਿਊਸ਼ਨ ਭੰਗ ਕਰਦੇ ਹੋ, ਤੇ ਮੁਲਕ ਚੱਲਣਾ ਕਿਸ ਤਰ੍ਹਾਂ? ਸਹੀ ਗੱਲ ਹੈ। ਕੰਟਰੀ ਰਨ ਕਿਸ ਤਰ੍ਹਾਂ ਚਲੇਗਾ, ਕਿਸ ਤਰ੍ਹਾਂ? ਇਹੀ ਹੋ ਸਕਦਾ ਨਾ ਕਿ ਬੰਦਾ ਆਪਣੀ ਟਰਮ ਦਾ ਵੇਟ ਕਰੇਗਾ, ਆਪਣਾ ਮੈਰਿਟ ਸਾਹਮਣੇ ਲਿਆਏਗਾ, ਅੱਛੇ ਬੰਦੇ ਸਾਹਮਣੇ ਆਣ। ਬਿਲਕੁਲ ਬਿਲਕੁਲ। ਅਜੇ ਤੱਕ ਤੁਸੀਂ ਲੋਕਾਂ ਨੂੰ ਕਨਵਿੰਸ ਹੀ ਨਹੀਂ ਕਰ ਸਕੇ, ਦੈਟਸ ਵਾਈ ਕਿ ਤੁਸੀਂ ਅਜੇ ਤੱਕ ਉੱਥੇ ਜਾ ਨਹੀਂ ਸਕੇ। ਬਿਲਕੁਲ, ਸਿੰਪਲ ਮੈਥਡ ਹੈ, ਡੈਮੋਕ੍ਰੈਟਿਕ ਵੀ ਹੈ, ਡੈਮੋਕ੍ਰੇਸੀ ਹੈ ਨਾ। ਇਹਨਾਂ ਦੀ ਨੀਅਤ ਨਹੀਂ ਹੈਗੀ ਵੀ ਕੋਈ ਸੁਧਾਰ ਹੋਵੇ। ਇਹਨਾਂ ਦੇ ਪਿੱਛੇ ਸੰਗਤ ਵੀ ਆ, ਇਹਨਾਂ ਦੇ ਕੋਲ ਪੈਸਾ ਵੀ ਆ, ਇਹ ਸਾਰਾ ਕੁਝ ਕਰ ਸਕਦੇ ਨੇ, ਲੱਖਾਂ ਦੇ ਹਿਸਾਬ ਨਾਲ ਫਾਲੋਅਰਸ ਵੀ ਨੇ ਇਹਨਾਂ ਦੇ। ਪਰ ਸਿਰਫ ਇੱਕ ਦਲਿਦਰੀ ਨੇ, ਜਿਵੇਂ ਕੋਇਲ ਨੂੰ ਆਦਤ ਪਈ ਹੁੰਦੀ ਹੈ ਕਿ ਉਹਨੇ ਆਪਣੇ ਆਂਡੇ ਜਿਹੜੇ ਆ ਕਾਂ ਦੇ ਆਲਣੇ 'ਚ ਰੱਖਣੇ ਹੁੰਦੇ ਆ, ਤੇ ਫਿਰ ਮੁੜ ਕੇ ਜਦੋਂ ਜਵਾਨ ਹੋ ਜਾਂਦਾ ਫਿਰ ਉੱਥੇ ਜਾ ਕੇ ਰੌਲਾ ਪਾ ਕੇ ਤੇ ਉਹ ਬੱਚੇ ਆਪਣੇ ਕੱਢ ਕੇ ਲੈ ਜਾਂਦੀ ਆ। ਸੋ ਇਹ ਬਹੁਤੇ ਪ੍ਰਚਾਰਕਾਂ ਦੀ ਇਹੀ ਨੀਤ ਹੈ। ਇਹ ਸਾਰਾ ਕੁਝ ਕਰ ਸਕਦੇ ਨੇ, ਸਿਰਫ ਇੱਕ ਕੰਮ ਨਹੀਂ ਕਰ ਸਕਦੇ ਕਿ ਇਹ ਆਪਣੇ ਉੱਪਰ ਆਪਣੇ ਪੈਸੇ ਦਾ ਹਿਸਾਬ ਨਹੀਂ ਦੇ ਸਕਦੇ। ਉਂਗਲ ਆਪਣੇ ਉੱਪਰ ਕਰਨੀ ਬਹੁਤ ਔਖੀ ਜਾਪਦੀ ਆ। ਹਾਂ, ਕਿਉਂਕਿ ਐਜੂਕੇਸ਼ਨ ਦੀ ਗੱਲ ਕਰਨ ਦੇ ਨਾਲ ਆਸਤਾ ਦੇਖ ਲਓ ਨੈਰੇਟਿਵ ਚੇਂਜ ਹੋਏਗਾ, ਸਮਾਜੀ ਸੁਧਾਰ ਆਉਣਾ ਸ਼ੁਰੂ ਹੋਏਗਾ। ਸ਼੍ਰੋਮਣੀ ਕਮੇਟੀ ਨੇ ਅਗਰ 238 ਕਰੋੜ ਦਾ ਬਜਟ ਰੱਖਿਆ, ਉਹ ਜਿਹੜੇ ਦੇਖੇਗੀ ਕਿ ਲਾਰਜੈਸਟ ਸਕੇਲ ਦੇ ਉੱਪਰ ਇਹ ਡਿਬੇਟ ਚੱਲ ਰਹੀ ਹੈ, ਉਹ ਉਸਦਾ ਕਿ ਅਗਲੇ ਸਾਲ 238 ਕਰੋੜ ਤੋਂ ਬਜਾਏ 338 ਕਰੋੜ ਕਰੇ। ਬਿਲਕੁਲ ਠੀਕ ਹੈ ਨਾ। ਤੁਸੀਂ ਇੱਕ ਇਸ਼ੂ ਤੇ ਰੇਜ਼ ਕਰੋ ਨਾ, ਇਸ ਚੀਜ਼ ਤੋਂ ਕਿਉਂ ਡਰਦੇ ਹੋ ਕਿ ਇਹ ਇਸ਼ੂ ਸਾਡੇ ਉੱਪਰ ਵੀ ਆ ਜਾਏਗਾ? ਬਿਲਕੁਲ, ਲੈਟ ਇਟ ਕਮ, ਆਣ ਦਿਓ, ਤੁਹਾਡੇ ਤੱਕ ਵੀ ਆਣ ਦਿਓ, ਤੇ ਤੁਸੀਂ ਵੀ ਇਹ ਕੰਮ ਕਰੋ। ਗਲਤੀਆਂ ਹੋ ਜਾਂਦੀਆਂ ਨੇ, 238 ਕਰੋੜ ਲਾ ਰਹੇ। ਦੇਖੋ ਗਲਤੀਆਂ ਹੋ ਜਾਂਦੀਆਂ ਨੇ, ਜੇ ਸੰਸਥਾਵਾਂ ਨੇ ਵੀ ਕੋਈ ਦੂਜੀਆਂ ਨੇ ਗਲਤੀਆਂ ਕੀਤੀਆਂ ਨੇ, ਉਹਨਾਂ ਨੂੰ ਗਲਤੀ ਮੰਨ ਕੇ ਅੱਗੇ ਸੁਧਾਰ ਕਰ ਲੈਣਾ ਚਾਹੀਦਾ। ਦੇਖੋ ਗਲਤੀਆਂ ਦੀ ਗੱਲ ਮੈਂ ਤੁਹਾਨੂੰ ਇੱਥੇ ਦੱਸਣਾ ਵਾ, ਇਹ ਸਾਰੇ ਜਾਣਦੇ ਨੇ ਕਿ ਪਿੱਛੇ ਜੀ ਕਿਤਨਾ ਕ੍ਰਿਟਿਸਿਜ਼ਮ ਹੋਇਆ ਜੁਡੀਸ਼ਰੀ ਦਾ, ਜੁਡੀਸ਼ਰੀ ਠੀਕ ਕੰਮ ਨਹੀਂ ਕਰ ਰਹੀ। ਹੁਣ ਜੁਡੀਸ਼ਰੀ ਦੇ ਵਿੱਚੋਂ ਹੀ ਕੁਝ ਬੰਦਿਆਂ ਨੇ ਕੰਮ ਠੀਕ ਕਰਨਾ ਸ਼ੁਰੂ ਕੀਤਾ, ਕੰਟਰੀ ਦਾ ਔਰ ਲੋਕਾਂ ਦੇ ਕੰਸਰਨ ਦੇਖਣੇ ਸ਼ੁਰੂ ਕੀਤੇ, ਤੇ ਟਰੈਕ ਤੇ ਆਣੀਆਂ ਚੀਜ਼ਾਂ ਸ਼ੁਰੂ ਹੋ ਗਈਆਂ ਨਾ। ਬਿਲਕੁਲ 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 ਠੀਕ ਹੈ ਨਾ। ਸੋ ਇਹ ਉਹਦਾ ਸੋਲੂਸ਼ਨ ਤੇ ਇਹੀ ਹੈ ਨਾ ਕਿ ਸਿਸਟਮ ਨੂੰ ਠੀਕ ਕਰਨਾ। we can't afford to be a systemless society। ਬਿਲਕੁਲ ਬਿਲਕੁਲ ਬਿਲਕੁਲ, ਸਾਡਾ ਸਿਸਟਮ ਹੀ ਕੋਈ ਨਾ ਹੋਏ, ਸਾਨੂੰ ਕੋਈ ਸਮੱਸਿਆ ਆ ਜਾਏਗੀ ਤੇ ਇਹਨਾਂ ਦੇ ਬੂਹੇ ਦੇ ਬਾਹਰ ਥੋੜੀ ਜਾ ਕੇ ਲੋਕਾਂ ਨੇ ਬਹਿਣਾ, ਕੌਮ ਨੇ ਬਹਿਣਾ। ਹਾਂ,
ਠੀਕ ਹੈ ਜੰਮੂ ਸਾਹਿਬ, ਤੁਹਾਡਾ ਧੰਨਵਾਦ। ਉਮੀਦ ਕਰਦੇ ਹਾਂ ਦਰਸ਼ਕਾਂ ਨੂੰ ਵੀ ਇਹ ਗੱਲਬਾਤ ਵਧੀਆ ਲੱਗੀ ਹੋਊਗੀ, ਔਰ ਸੰਗਤ ਨੂੰ ਚਾਹੀਦਾ ਕਿ ਸਾਰੇ ਜਿਹੜੀਆਂ ਧਿਰਾਂ ਨੇ, ਚਾਹੇ ਕੋਈ ਧਿਰ ਹੋਵੇ, ਅਸੀਂ ਕਿਸੇ ਨਾਲ ਕੋਈ ਸਾਡਾ ਸੰਬੰਧ ਨਹੀਂ ਹੈਗਾ ਨਿੱਜੀ ਤੌਰ ਤੇ ਵੀ ਜਾਂ ਕਿਸੇ ਲੈਵਲ ਤੇ ਵੀ, ਪਰ ਅਪੀਲ ਹੈ ਸਾਰਿਆਂ ਨੂੰ ਕਿ ਹਰ ਇੱਕ ਵਿਅਕਤੀ ਨੂੰ ਜਾਂ ਸੰਗਤ ਨੂੰ ਇਹਨਾਂ ਲੋਕਾਂ ਦੇ ਉੱਪਰ ਵੀ ਦਬਾਅ ਬਣਾਉਣਾ ਚਾਹੀਦਾ ਕਿ ਇਸ ਪਾਸੇ ਨੂੰ ਤੁਰਿਆ ਜਾਵੇ, ਕਿਉਂਕਿ ਜਦੋਂ ਤੱਕ ਐਜੂਕੇਸ਼ਨ ਨਹੀਂ ਮਿਲਦੀ ਸਾਨੂੰ ਲੋਕਾਂ ਨੂੰ, ਅਸੀਂ ਚੰਗੇ ਮਾੜੇ ਉਹਨਾਂ ਚੀਜ਼ਾਂ ਦੀ ਪਰਖ ਨਹੀਂ ਕਰ ਸਕਦੇ, ਅੱਗੇ ਚੰਗਾ ਸਮਾਜ ਨਹੀਂ ਬਣ ਸਕਦਾ। ਸੋ ਇਸ ਪਾਸੇ ਨੂੰ ਤੁਰਿਆ ਜਾਵੇ, ਸਾਡੀ ਬੇਨਤੀ ਤਾਂ ਇਹੋ ਹੀ ਆ। ਤੇ ਜੰਮੂ ਸਾਹਿਬ, ਤੁਹਾਡਾ ਮੈਂ ਅਖੀਰ ਦੇ ਵਿੱਚ ਫਿਰ ਧੰਨਵਾਦ ਕਰਦਾ। ਬਹੁਤ ਬਹੁਤ ਧੰਨਵਾਦ ਜੀ, ਸਰੋਤਿਆਂ ਦਾ ਵੀ ਧੰਨਵਾਦ ਮੇਰੀ ਤਰਫੋਂ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ।